ਜੇ ਕੈਪਟਨ ਵਰਗੇ ਵੱਡੇ ਲੀਡਰ ਦੇ ਹੁੰਦਿਆਂ ਠੀਕ ਨਹੀਂ ਸੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਜਿਹੜੇ ਕਈ ਕੈਪਟਨ ਪੈਦਾ ਹੋਏ। ਮੁੱਖ ਮੰਤਰੀ ਬਣਨ ਤੋਂ ਬਾਅਦ ਜਿਹੜਾ ਉਹਨਾਂ ਨੇ ਪਹਿਲਾ ਬਿਆਨ ਜਾਰੀ ਕੀਤਾ ਸੀ ਪ੍ਰੈਸ ਦੇ ਵਿੱਚ, ਉੱਥੇ ਉਹਨਾਂ ਨੇ ਕਿਹਾ ਸੀਗਾ ਕਿ ਰੇਤ ਮਾਈਨਿੰਗ ਵਾਲੇ ਲੋਕ ਮੇਰੇ ਕੋਲ ਨਾ ਆਉਣ, ਪਰ ਮਾਈਨਿੰਗ ਦਾ ਮਹਿਕਮਾ ਉਹਨਾਂ ਕੋਲ ਹੀ। ਹੁਣ ਮਾਈਨਿੰਗ ਵਾਲੇ ਕਿੱਥੇ ਜਾਣਗੇ? ਕਿਉਂਕਿ ਸਭ ਤੋਂ ਜ਼ਿਆਦਾ ਤੁਹਾਡੇ ਬਾਰੇ ਗੱਲ ਉਹੀ ਲੋਕ ਕਰਦੇ ਨੇ ਜਿਹੜੇ ਤੁਹਾਡੇ ਦੇਸ਼ ਨੂੰ, ਤੁਹਾਡੀ ਸਟੇਟ ਨੂੰ, ਤੁਹਾਡੀਆਂ ਥਾਵਾਂ ਨੂੰ ਘੁੰਮ ਕੇ ਦੇਖ ਕੇ ਜਾਂਦੇ। ਉਹ ਇੱਕ ਦਿਨ ਦਾ ਸੀਐਮ ਜਿੱਦਾਂ ਕੁਝ ਕੰਮ ਕਰਦਾ, ਅਸੀਂ ਅਸਲ ਦੇ ਵਿੱਚ ਉਹ ਜਿਹੇ ਹੀ ਸਿੱਟਿਆਂ ਦੀ, ਉਹ ਜਿਹੀਆਂ ਹੀ ਸਪੀਡ ਦੀ ਆਸ ਰੱਖਦੇ ਹਾਂ ਸਰਕਾਰਾਂ ਕੋਲੋਂ, ਪਰ ਜਦੋਂ ਲੰਬੇ ਸਮੇਂ ਤੱਕ ਸਰਕਾਰਾਂ ਕੁਝ ਨਹੀਂ ਕਰਦੀਆਂ ਫਿਰ ਸਾਨੂੰ ਨਿਰਾਸ਼ਾ ਹੁੰਦੀ ਹੈ ਜੀ। ਕਿ ਮਹਿਕਮਿਆਂ ਦੀ ਗਿਣਤੀ ਜਿਹੜੀ ਉਹ ਬਹੁਤ ਜ਼ਿਆਦਾ ਵਧੀ ਹੋਈ ਹੈ। ਬਹੁਤ ਸਾਰੇ ਮਿਨਿਸਟਰੀਆਂ ਇਹੋ ਜਿਹੀਆਂ ਨੇ, ਹਾਲਾਂਕਿ ਉਹ ਇੰਪੋਰਟੈਂਟ ਨੇ, ਕੋਈ ਇਹਦੇ 'ਚ ਸ਼ੱਕ ਨਹੀਂ, ਪਰ ਕਿਉਂਕਿ ਮਿਨਿਸਟਰੀਆਂ ਬਹੁਤ ਜ਼ਿਆਦਾ ਬਣੀਆਂ ਹੋਈਆਂ ਇਸ ਕਰਕੇ ਫਿਰ ਇੱਕ ਬੰਦੇ ਕੋਲ 2-2 3-3 4-4 ਮਿਨਿਸਟਰੀਆਂ ਜਿਹੜੀਆਂ ਉਹ ਹੱਥ ਆਉਂਦੀਆਂ ਨੇ। ਪਿਛਲੀ ਸਰਕਾਰ ਦੇ ਉੱਤੇ ਜਿਹੜੇ ਸਭ ਤੋਂ ਵੱਡੇ ਇਲਜ਼ਾਮ ਲੱਗਦੇ ਸੀ ਉਹਨਾਂ ਦੇ ਵਿੱਚ ਇੱਕ ਇਲਜ਼ਾਮ ਟਰਾਂਸਪੋਰਟ ਤੇ ਪਬਲਿਕ ਟਰਾਂਸਪੋਰਟ ਤੇ ਪ੍ਰਾਈਵੇਟ ਟਰਾਂਸਪੋਰਟ ਦਾ ਵੀ ਰੌਲਾ ਸੀ। ਕੱਲ੍ਹ ਜਿਹੜੀ ਕੈਬਨਿਟ ਦੀ ਇੱਕ ਮੀਟਿੰਗ ਸੀ ਉਹਦੇ 'ਚ ਚੰਨੀ ਸਾਹਿਬ ਨੇ ਸੈਕਟਰੀਜ਼ ਜਿਹੜੇ ਸਾਰਿਆਂ ਨੂੰ ਵਿਭਾਗਾਂ ਦੇ ਸਕੱਤਰਾਂ ਨੂੰ ਮਿਲੇ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ 100 ਦਿਨ ਦਾ ਰੋਡ ਮੈਪ ਦਿਓ। ਇਹ ਗੱਲ ਕੋਈ ਬਹੁਤੀ ਵਧੀਆ ਨਹੀਂ ਲੱਗੀ। 100 ਦਿਨ ਦਾ ਰੋਡ ਮੈਪ ਤਾਂ ਉਦੋਂ ਸਰਕਾਰ ਲੈਂਦੀ ਜਦੋਂ 5 ਸਾਲ ਲਈ ਸਰਕਾਰ ਬਣੀ ਹੋਈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਕਿਹਾ ਸੀਗਾ ਕਿ ਅਸੀਂ ਕਿਸਾਨਾਂ ਦੇ ਬੰਦ ਦਾ ਸਮਰਥਨ ਕਰਦੇ, ਪਰ ਇਹਨਾਂ ਦੇ ਆਪਣੇ ਦਫ਼ਤਰ ਖੁੱਲ੍ਹੇ ਸੀ। ਮੋਦੀ ਸਾਹਿਬ ਅਮਰੀਕਾ ਗਏ ਹੋਏ ਸੀ, ਵਾਪਸ ਆਉਂਦੇ ਹੀ ਉਹਨਾਂ ਨੂੰ ਇੱਕ ਪੂਰੇ ਦਾ ਪੂਰਾ ਦੇਸ਼ ਜਿਹੜਾ ਉਹਨਾਂ ਦੇ ਸਵਾਗਤ 'ਚ ਬੰਦ ਮਿਲਿਆ ਤੇ ਲੋਕ ਉੱਥੇ ਵੀ ਮਜ਼ਾਕ ਉਡਾਉਂਦੇ ਸੀ ਕਿ ਇਹ ਕਿਵੇਂ ਕਰ ਪਾਊ। ਪਰ ਐਂਜਲਾ ਮਰਕਲ ਨੇ 16 ਸਾਲ ਜਾਣੀ ਕਿ 4 ਟਰਮ 5 ਤੋਂ ਲੈ ਕੇ 21 ਤੱਕ ਜਿਹੜੀ ਉੱਥੇ ਆ ਚਾਂਸਲਰਸ਼ਿਪ ਕੀਤੀ ਆ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦੇ ਆਰ-ਪਾਰ ਦੀ ਚਰਚਾ ਕਰਨ ਲਈ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਚਰਚਾ। ਪੰਜਾਬ ਦੀ ਜਿਹੜੀ ਕੈਬਨਿਟ ਹੈ ਉਹਦੇ ਵਿੱਚ ਸਾਰਿਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਦਿੱਤੀਆਂ ਗਈਆਂ ਨੇ। ਸਾਰੇ ਮੰਤਰੀਆਂ ਨੂੰ ਉਹਨਾਂ ਦੇ ਮਹਿਕਮੇ ਦੇ ਦਿੱਤੇ ਗਏ ਨੇ। ਇਸ ਤੇ ਅਸੀਂ ਵਿਸਥਾਰ ਨਾਲ ਚਰਚਾ ਕਰਾਂਗੇ। ਨਾਲ ਦੀ ਨਾਲ ਜਿਹੜੇ ਏਜੀ ਨੇ, ਨਵੇਂ ਐਡਵੋਕੇਟ ਜਨਰਲ ਨੇ, ਉਹਨਾਂ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਤੇ ਨਾਲ ਦੀ ਨਾਲ ਅਸੀਂ ਯੂਕੇ ਤੇ ਜਰਮਨ ਬਾਰੇ ਵੀ ਵਿਸਥਾਰ ਨਾਲ ਗੱਲਬਾਤ ਕਰਾਂਗੇ। ਤੇ ਵਿਸਥਾਰ ਨਾਲ ਗੱਲ ਕਰਨ ਲਈ ਮੇਰੇ ਨਾਲ ਨੇ ਜੀ ਸਾਡੇ ਮਾਹਿਰ ਮਹਿਮਾਨ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਰ ਕੀ ਕਹਿਣਾ ਚਾਹੋਗੇ? ਪੰਜਾਬ ਦਾ ਜਿਹੜਾ ਮੰਤਰੀ ਮੰਡਲ ਨਵਾਂ, ਇਸ ਦੇ ਵਿੱਚ ਪਹਿਲਾਂ ਤਾਂ ਸਾਰੇ ਮੰਤਰੀ ਨਵੇਂ ਆਏ, ਫਿਰ ਉਹਨਾਂ ਦਾ ਰੌਲਾ ਇਹ ਸੀ ਸਭ ਤੋਂ ਪਹਿਲਾਂ ਕਿ ਅਸੀਂ ਬਹੁਤ ਜਲਦੀ ਕੰਮ ਸ਼ੁਰੂ ਕਰ ਦੇਣਾ ਤੇ ਆਖਿਰ 10 ਦਿਨਾਂ ਦੇ ਬਾਅਦ ਮਸਾਂ ਹੀ ਜਾ ਕੇ ਕਿਧਰੇ ਸਾਰਿਆਂ ਨੂੰ ਉਹਨਾਂ ਦੇ ਅਹੁਦੇ ਦਿੱਤੇ ਗਏ। ਬੜੀ ਹੌਲੀ-ਹੌਲੀ ਦਿੱਲੀ ਦੇ ਝੂਟੇ ਲੈ ਕੇ ਚਰਨਜੀਤ ਸਿੰਘ ਚੰਨੀ ਨੇ ਤੇ ਉਹਨਾਂ ਨੇ ਸਾਰਿਆਂ ਨੂੰ ਉਹਨਾਂ ਦੇ ਅਹੁਦੇ ਦਿੱਤੇ ਨੇ। ਸਾਰਿਆਂ ਦੀ ਵੰਡ ਕਰ ਦਿੱਤੀ ਗਈ ਹੈ ਕੱਲ। ਕੀ ਕਹਿਣਾ ਚਾਹੋਗੇ? ਦੇਖੋ, ਇੱਕ ਬੜੀ ਵਧੀਆ ਕਹਾਵਤ ਹੈ ਕਿ ਜੀਭ ਜਿਹੜੀ ਆ ਉਹ ਟੁੱਟੇ ਦੰਦ ਥੱਲੇ ਹੀ ਜਾਂਦੀ ਆ। ਬਿਲਕੁਲ। ਜਿੱਥੇ ਕੋਈ ਕਮੀ ਹੋਵੇ ਉਹ ਸਾਨੂੰ ਸਭ ਤੋਂ ਪਹਿਲਾਂ ਦਿਖ ਜਾਂਦੀ ਹੈ। ਜੋ ਸਾਡੇ ਕੋਲ ਹੈਗਾ ਉਹਦੀ ਅਸੀਂ ਗੱਲ ਘੱਟ ਕਰਦੇ ਹਾਂ। ਬਿਲਕੁਲ ਠੀਕ ਗੱਲ ਆ ਕਿ ਕਾਫੀ ਟਾਈਮ ਲੱਗ ਗਿਆ ਇਸ ਚੀਜ਼ ਨੂੰ। ਜੇ ਅਸੀਂ ਇਹਦੇ ਪਿੱਛੋਂ ਸ਼ੁਰੂ ਕਰੀਏ ਤੇ ਪਹਿਲਾਂ ਤਾਂ ਕੈਪਟਨ ਸਰਕਾਰ ਦੇ ਵਿੱਚ ਜਿਹੜੀ ਸ਼ਫਲ ਹੋਣੀ ਸੀ ਉਹਨੂੰ ਹੀ ਟਾਈਮ ਲੱਗ ਗਿਆ। ਜੇਕਰ 4.5 ਸਾਲ ਬਾਅਦ ਇਹਨਾਂ ਨੂੰ ਇਹ ਲੱਗਿਆ ਕਿ ਉਹ ਸਰਕਾਰ ਜਿਹੜੀ ਆ ਕਾਰਗੁਜ਼ਾਰੀ ਨਹੀਂ ਕਰਦੀ ਸੀ, ਪਰਫਾਰਮੈਂਸ ਨਹੀਂ ਦੇ ਰਹੀ ਸੀ, ਲੋਕਾਂ ਦੀਆਂ ਆਸਾਂ ਦੇ ਮੁਤਾਬਕ ਵਾਅਦਿਆਂ ਨੂੰ ਡਿਲੀਵਰੀ ਨਹੀਂ ਕਰਵਾ ਰਹੀ ਸੀ ਤੇ ਉਹਨੂੰ ਫਿਰ ਜਲਦੀ ਬਦਲ ਦੇਣਾ ਚਾਹੀਦਾ ਸੀ। ਪਰ ਖੈਰ, ਹੁਣ ਆਪਾਂ ਅੱਜ ਦੀ ਜੇ ਗੱਲ ਕਰੀਏ ਤੇ ਜਦੋਂ ਤੇ ਹਾਈ ਕਮਾਂਡ ਇੱਦਾਂ ਸਾਰੇ ਅਸੀਂ ਵੀ ਗੱਲ ਕਰਦੇ ਸੀ ਕਿ ਹਾਈ ਕਮਾਂਡ ਵੀਕ ਆ, ਹਾਈ ਕਮਾਂਡ ਢਿੱਲੀ ਆ, ਹਾਈ ਕਮਾਂਡ ਕੈਪਟਨ ਦੇ ਰੱਸੇ ਨਹੀਂ ਕੱਸਦੀ, ਹਾਈ ਕਮਾਂਡ ਕੈਪਟਨ ਸਾਹਿਬ ਨੂੰ ਬਦਲਦੀ ਨਹੀਂ। ਜਦੋਂ ਅਸੀਂ ਜਦੋਂ ਕੁਝ ਕਰਦੇ ਨਹੀਂ ਸੀ ਤੇ ਅਸੀਂ ਕਹਿੰਦੇ ਸੀ ਢਿੱਲੀ ਬਹੁਤ ਆ। ਜੇ ਹੁਣ ਉਹਨਾਂ ਨੇ ਜਿਹੜਾ ਰੱਸਾ ਕੱਸ ਦਿੱਤਾ ਤਾਂ ਅਸੀਂ ਕਹਿੰਦੇ ਆ ਟਾਈਮ ਬਹੁਤ ਲਾਉਂਦੀ ਆ। ਬਿਲਕੁਲ। ਦੇਖੋ, ਦਿੱਲੀ ਤੋਂ ਚੰਡੀਗੜ੍ਹ ਦਾ ਸਫ਼ਰ ਤਾਂ ਫਿਰ ਇੱਦਾਂ ਹੀ ਤੈਅ ਹੋਣਾ। ਬਿਲਕੁਲ। ਜਦੋਂ ਅਸੀਂ ਕਹਿੰਦੇ ਸੀਗੇ ਕਿ ਇੱਥੇ ਹੀ ਸਾਰੇ ਕੰਮ ਹੋਣ, ਖੁਦ ਮੁਖਤਿਆਰੀ ਕੈਪਟਨ ਸਾਹਿਬ ਕੋਲ ਸੀ ਤੇ ਉਹ ਕੁਝ ਕਰਦੇ ਨਹੀਂ ਸੀ। ਹੁਣ ਜਦੋਂ ਉਹਨਾਂ ਨੇ ਬਦਲ ਕੇ ਸਾਰਾ ਕੁਝ ਆਪਣੇ ਹੱਥ 'ਚ ਲਿਆ, ਕਿਉਂਕਿ ਉਹ ਇਸ ਗੱਲ ਨੂੰ ਬਹੁਤ ਬਾਖੂਬੀ ਜਾਣਦੇ ਨੇ ਕਿ ਇੱਥੇ ਸਾਰਾ ਕੁਝ ਠੀਕ ਨਹੀਂ ਸੀ। ਜੇ ਕੈਪਟਨ ਵਰਗੇ ਵੱਡੇ ਲੀਡਰ ਦੇ ਹੁੰਦਿਆਂ ਠੀਕ ਨਹੀਂ ਸੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਜਿਹੜੇ ਕਈ ਕੈਪਟਨ ਪੈਦਾ ਹੋਣੇ ਆ। ਕੋਈ ਸੁਪਰ ਸੀਐਮ ਆਪਣੇ ਆਪ ਨੂੰ ਸਮਝਦਾ ਆ, ਕਿਸੇ ਨੂੰ ਲੱਗਦਾ ਕਿ ਮੈਂ ਉਪ ਮੁੱਖ ਮੰਤਰੀ ਹਾਂ, ਕਿਸੇ ਨੂੰ ਲੱਗਦਾ ਕਿ ਮੈਂ ਮੁੱਖ ਮੰਤਰੀ ਹਾਂ, ਕਿਸੇ ਨੂੰ ਲੱਗਦਾ ਕਿ ਮੈਂ ਪਾਰਟੀ ਪ੍ਰਧਾਨ ਆ। ਉਹ ਬਹੁਤ ਸਾਰੇ ਜਿਹੜੇ ਧੜੇਬੰਦੀਆਂ ਸੀ ਉਹ ਉੱਭਰਨੀਆਂ ਸੀ, ਉਹ ਉੱਭਰ ਰਹੀਆਂ ਸੀ। ਉਹਦਾ ਜ਼ਿਕਰ ਅਸੀਂ ਪਿਛਲੇ ਹਫ਼ਤੇ ਦੇ ਵਿੱਚ ਕਰ ਰਹੇ ਹਾਂ। ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਠੀਕ ਕਰਨ ਲਈ, ਠੀਕ ਰੱਖਣ ਲਈ ਫਿਰ ਹਾਈ ਕਮਾਂਡ ਨੂੰ ਇੱਦਾਂ ਹੀ ਕਰਨੀ ਪੈਣੀ ਸੀ। ਵੱਖਰੀ ਗੱਲ ਆ ਕਿ ਟਾਈਮ ਵੱਧ ਲੱਗ ਰਿਹਾ, ਪਰ ਸਮਾਂ ਤਾਂ ਫਿਰ ਲੱਗਣਾ ਹੀ ਸੀ। ਕਿਉਂਕਿ ਉਹ
ਦਿੱਲੀ ਬੈਠੇ ਨੇ, ਉਹਨਾਂ ਨੂੰ ਇੱਥੋਂ ਇਨਫੋਰਮੇਸ਼ਨ ਮਿਲਣੀ ਆ, ਇੱਥੋਂ ਜਾਣਕਾਰੀ ਜਾਣੀ ਆ, ਫੇਰ ਹੀ ਉਹਨਾਂ ਨੇ ਉਹਨੂੰ ਐਗਜ਼ੀਕਿਊਟ ਕਰਨਾ। ਉਹ ਜੇ ਤਾਂ ਇੱਥੇ ਬੈਠੇ ਹੋਣ, ਜਿੱਦਾਂ ਇਵੇਂ ਦੇ ਲੋਕ ਜਿਵੇਂ ਦੇ MLAs ਨੇ ਜਾਂ ਮਿਨਿਸਟਰ ਬਣੇ ਨੇ, ਉਹ ਇੱਥੇ ਬੈਠੇ ਨੇ, ਇੱਥੋਂ ਤਾਂ ਐਗਜ਼ੀਕਿਊਸ਼ਨ ਹੋ ਸਕਦੀ ਹੈ, ਪਰ ਇੱਥੋਂ ਐਗਜ਼ੀਕਿਊਸ਼ਨ ਸੰਭਵ ਨਹੀਂ ਕਿਉਂਕਿ ਧੜੇਬੰਦੀ ਬਹੁਤ ਸੀ। ਬਿਲਕੁਲ। ਬਾਜਵਾ ਸਾਹਿਬ ਕਹਿੰਦੇ ਮੇਰਾ ਧੜਾ ਹੈ, ਰੰਧਾਵਾ ਸਾਹਿਬ ਕਹਿੰਦੇ ਮੇਰਾ ਧੜਾ ਹੈ, ਸਿੱਧੂ ਸਾਹਿਬ ਕਹਿੰਦੇ ਮੇਰਾ ਧੜਾ ਹੈ, ਚੰਨੀ ਸਾਹਿਬ ਕਹਿੰਦੇ ਮੇਰਾ ਧੜਾ ਹੈ, ਰਾਣਾ ਗੁਰਜੀਤ ਕਹਿੰਦਾ ਮੇਰਾ ਧੜਾ ਹੈ, ਤੇ ਇਦਾਂ ਦੇ ਹੋਰ 5-4 ਧੜੇ ਵੀ ਦੇਖਣ ਨੂੰ ਮਿਲਦੇ ਸੀ। ਬਿਲਕੁਲ। ਤੋ ਇਸ ਢੰਗ ਦੇ ਨਾਲ ਇੱਕ ਗੱਲ ਬਿਲਕੁਲ ਫਿਰ ਅਸੀਂ ਉਹੀ ਗੱਲ ਕਰਦੇ ਹਾਂ ਕਿ ਇਹ ਸਮਾਂ ਜਿਹੜਾ ਹੈ ਇਸ ਸਰਕਾਰ ਨੂੰ ਸ਼ਫਲ ਹੋਣ ਤੋਂ ਬਾਅਦ ਮਿਲਿਆ ਉਹ ਕਾਫੀ ਥੋੜਾ ਆ। ਜੁਲਾਈ ਦੇ ਅਖੀਰਲੇ ਹਿੱਸੇ ਦੇ ਵਿੱਚ ਸਿੱਧੂ ਸਾਹਿਬ ਨੂੰ ਤਾਜਪੋਸ਼ੀ ਹੁੰਦੀ ਹੈ ਜੀ ਐਜ਼ ਏ ਪਾਰਟੀ ਪ੍ਰਧਾਨ। ਸਤੰਬਰ ਦੇ ਦੂਸਰੇ ਹਿੱਸੇ 'ਚ ਜਾ ਕੇ ਕੈਪਟਨ ਸਾਹਿਬ ਦੀ ਗੱਦੀ ਜਿਹੜੀ ਆ ਉਹ ਬਦਲ ਕੇ ਚੰਨੀ ਸਾਹਿਬ ਨੂੰ ਦਿੱਤੀ ਜਾਂਦੀ ਆ। ਉਸ ਤੋਂ ਬਾਅਦ 4-5 ਦਿਨ ਲਾ ਦਿੱਤੇ ਜਾਂਦੇ ਆ ਮਿਨਿਸਟਰ ਚੁਣਨ ਲਈ, ਤੇ ਫਿਰ 2-3 ਦਿਨ ਅੱਗੋਂ ਲਾ ਦਿੱਤੇ ਜਾਂਦੇ ਨੇ ਮਿਨਿਸਟਰੀਆਂ ਦੇਣ ਲਈ, ਮਹਿਕਮੇ ਵੰਡਣ ਲਈ, ਕਿਹੜੀ ਕੁਰਸੀ ਤੇ ਉਹਨਾਂ ਨੇ ਬੈਠਣਾ ਆ, ਕੀ ਉਹਨਾਂ ਨੇ ਕਰਨਾ ਆ ਤੇ ਕਿਵੇਂ ਕਰਨਾ ਆ। ਇੱਕ ਗੱਲ ਬਿਲਕੁਲ ਦਰੁਸਤ ਆ ਕਿ ਟਾਈਮ ਜਿਹੜਾ ਆ ਉਹ ਬਹੁਤ ਜ਼ਿਆਦਾ ਥੋੜਾ ਆ, ਤੇ ਜਿੰਨੇ ਕੁ ਲੱਗ ਗਏ ਹਫਤਾ 10 ਦਿਨ ਇੰਨੇ ਕੁ ਲੱਗਣੇ ਹੀ ਸੀ, ਕਿਉਂਕਿ ਫਿਰ ਸਾਨੂੰ ਪਸੰਦ ਨਹੀਂ ਸੀ ਆਉਂਦੀ ਗੱਲ। ਨਹੀਂ, ਪਰ ਜੇ ਦੇਖਿਆ ਜਾਏ ਤਾਂ ਕਿ ਜਿਹੜੀ ਚੰਨੀ ਸਾਹਿਬ ਨੇ ਜਿਹੜੀ ਆਪਣੀ ਬ੍ਰਿਗੇਡ ਤਿਆਰ ਕੀਤੀ ਹੈ ਉਹਦੇ ਵਿੱਚ ਕਾਫੀ ਸਾਰੇ ਮੰਤਰੀ ਤਾਂ ਪਹਿਲੇ ਵਾਲੇ ਨੇ। ਹਾਂ, ਉਹਨਾਂ ਦੇ ਮਹਿਕਮੇ ਜ਼ਰੂਰ ਬਦਲ ਦਿੱਤੇ ਗਏ। ਬਿਲਕੁਲ, ਮਹਿਕਮੇ ਲਗਭਗ ਸਾਰਿਆਂ ਦੇ ਬਦਲ ਦਿੱਤੇ ਗਏ ਨੇ ਜੀ। ਹੁਣ ਜੇ ਅਸੀਂ ਉਹਨਾਂ ਸਾਰੇ ਮਹਿਕਮਿਆਂ ਦੀ ਗੱਲ ਕਰੀਏ ਤੇ ਉਹ ਇੱਕ ਲੰਬਾ ਵਿਸ਼ਾ ਆ। ਸਾਰੇ ਹੀ ਦਰਸ਼ਕਾਂ ਨੇ ਉਹ ਅਖਬਾਰ ਦੇ ਵਿੱਚੋਂ ਵੀ ਦੇਖ ਲੈਣਾ, ਟੀਵੀ 'ਚ ਵੀ ਦੇਖ ਲੈਣਾ, ਕਿਹਨੂੰ ਕੀ ਮਿਲਿਆ। ਅਸੀਂ ਕੁਝ ਕੁ ਗੱਲਾਂ ਉਹਨਾਂ ਦੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਿਲਕੁਲ, ਅਸੀਂ ਕੁਝ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਸਾਡੇ ਜਿਹੜੇ ਮੁੱਖ ਮੰਤਰੀ ਨੇ, ਉਪ ਮੁੱਖ ਮੰਤਰੀ ਨੇ, ਜਾਂ ਫਿਰ ਜਿਹੜੀ ਉਹਨਾਂ ਦੇ ਜਿਨ੍ਹਾਂ ਤੇ ਬਹੁਤ ਰੌਲਾ ਪਿਆ ਰਿਹਾ ਪਹਿਲੇ, ਅਸੀਂ ਉਹਨਾਂ ਨੂੰ ਜ਼ਰੂਰ ਡਿਸਕਸ ਕਰਨਾ ਚਾਹਾਂਗੇ। ਜੇ ਅਸੀਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਉਹਨਾਂ ਕੋਲ ਐਕਸਾਈਜ਼ ਜੀ, ਪਾਵਰ ਜੀ, ਟੂਰਿਜ਼ਮ ਐਂਡ ਕਲਚਰ ਜੀ, ਤੇ ਵਿਜੀਲੈਂਸ। ਹਾਲਾਂਕਿ ਉਹਨਾਂ ਕੋਲ ਜਿਹੜੇ ਮਿਨਿਸਟਰੀਆਂ ਨੇ ਉਹਨਾਂ ਦੀ ਲਿਸਟ 14 ਆ। ਬਿਲਕੁਲ। ਪਰ ਇਹਨਾਂ ਦੇ ਵਿੱਚੋਂ ਜਿਹੜੇ ਮੁੱਖ ਨੇ ਉਹ ਇਹਨਾਂ ਦੀ ਗੱਲ ਹੋ ਰਹੀ ਹੈ। ਜਿਸ ਦਿਨ ਉਹਨਾਂ ਨੇ ਪਹਿਲੀ ਕਾਨਫਰੰਸ ਕੀਤੀ ਸੀ, ਹਾਲਾਂਕਿ ਮੈਂ ਉਹਨੂੰ ਕਾਨਫਰੰਸ ਨਹੀਂ ਕਹਿ ਸਕਦਾ, ਮੁੱਖ ਮੰਤਰੀ ਬਣਨ ਤੋਂ ਬਾਅਦ ਜਿਹੜਾ ਉਹਨਾਂ ਨੇ ਪਹਿਲਾ ਬਿਆਨ ਜਾਰੀ ਕੀਤਾ ਸੀ ਪ੍ਰੈਸ ਦੇ ਵਿੱਚ ਜੀ, ਉੱਥੇ ਉਹਨਾਂ ਨੇ ਕਿਹਾ ਸੀਗਾ ਕਿ ਰੇਤ ਮਾਈਨਿੰਗ ਵਾਲੇ ਲੋਕ ਮੇਰੇ ਕੋਲ ਨਾ ਆਉਣ, ਪਰ ਮਾਈਨਿੰਗ ਦਾ ਮਹਿਕਮਾ ਉਹਨਾਂ ਕੋਲ ਹੀ ਆ। ਹੁਣ ਮਾਈਨਿੰਗ ਵਾਲੇ ਕਿੱਥੇ ਜਾਣਗੇ, ਇਹ ਹੁਣ ਉਹੀ ਦੱਸਣਗੇ। ਤੇ ਜੇਕਰ ਵੱਡੇ ਮੁੱਦਿਆਂ ਦੀ ਗੱਲ ਕਰੀਏ ਤੇ ਵਿਜੀਲੈਂਸ ਡਿਪਾਰਟਮੈਂਟ ਉਹਨਾਂ ਕੋਲ ਆ ਜੀ, ਕਿਉਂਕਿ ਬਹੁਤ ਸਾਰੇ ਜਿਹੜੇ ਕੇਸ ਨੇ ਅਦਾਲਤਾਂ 'ਚ ਵਿਜੀਲੈਂਸ ਦੀ ਨਿਗਰਾਨੀ ਦੇ ਕੋਲ ਨੇ, ਉਹ ਮਹਿਕਮਾ ਉਹਨਾਂ ਕੋਲ ਆ। ਮਾਈਨਿੰਗ ਦੀ ਅਸੀਂ ਗੱਲ ਕਰ ਲਈ ਤੇ ਨਾਲ ਦੀ ਨਾਲ ਫਿਰ ਉਹਨਾਂ ਕੋਲ ਪਾਵਰ ਵੀ ਆ ਜੀ, PPA ਜਿਹਨਾਂ ਦੀ ਅਸੀਂ ਪਬਲਿਕ ਪ੍ਰਾਈਵੇਟ ਐਗਰੀਮੈਂਟਸ ਜਿਹੜੇ ਬਿਜਲੀ ਵਿਭਾਗ ਨਾਲ ਹੋਏ ਨੇ, ਉਹਨਾਂ ਨੂੰ ਲੈ ਕੇ ਬਹੁਤ ਰੌਲਾ ਆ। ਬਿਲਕੁਲ, ਪੰਜਾਬ ਦੇ ਵਿੱਚ ਕੁਝ ਮੁੱਦਿਆਂ ਨੂੰ ਲੈ ਕੇ ਕਾਫੀ ਰੌਲਾ ਗੋਲਾ ਪਿਆ। ਬਿਲਕੁਲ, ਜੇਕਰ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ 2022 ਫਰਵਰੀ ਦੇ ਮੱਦੇਨਜ਼ਰ ਤੇ ਇਸ ਸਰਕਾਰ ਨੂੰ ਜਾਂ ਇਸ ਸਰਕਾਰ ਨੂੰ ਚਲਾਉਣ ਵਾਲੀ ਪਾਰਟੀ ਨੂੰ, ਕਾਂਗਰਸ ਨੂੰ, ਜੇ ਕੋਈ ਆਪਣਾ ਵਿਰੋਧੀ ਸਾਹਮਣੇ ਨਜ਼ਰ ਆਉਂਦਾ ਤੇ ਉਹ ਆਮ ਆਦਮੀ ਪਾਰਟੀ ਆ। ਸ਼੍ਰੋਮਣੀ ਅਕਾਲੀ ਦਲ ਨੂੰ ਉਹ ਇਸ ਲਾਈਨ 'ਚ ਹਾਲੇ ਤੱਕ ਸਮਝਦੇ ਨਹੀਂ ਜੀ। ਇਸੇ ਕਰਕੇ ਪਾਵਰ ਉਹਨਾਂ ਨੇ ਆਪਣੇ ਕੋਲ ਰੱਖਿਆ, ਕਿਉਂਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਤੋਂ ਜੋ ਕੁਝ ਉੱਥੇ ਉਹਨਾਂ ਨੇ ਕੀਤਾ, ਜੋ ਕੁਝ ਦੇਖਿਆ, ਜੋ ਕੁਝ ਸਮਝਿਆ, ਉਹਨੂੰ ਜਦੋਂ ਉਹ ਪੰਜਾਬ 'ਚ ਰੈਪਲੀਕੇਟ ਕਰਨ ਦੀ ਗੱਲ ਕਰਦੇ ਤਾਂ ਉਹਨਾਂ ਨੇ ਪਹਿਲੇ ਦੌਰੇ ਦੇ ਦੌਰਾਨ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਸੀ ਉਹ ਬਿਜਲੀ ਸਸਤੀ ਕਰਨ ਦੀ ਗੱਲ ਕੀਤੀ। ਬਿਲਕੁਲ। ਤੇ ਇਹ ਸਰਕਾਰ ਪਿਛਲੇ 4.5 ਸਾਲ ਤੋਂ ਇਸੇ ਮੁੱਦੇ ਦੇ ਨਾਲ ਉਲਝੀ ਹੋਈ ਆ, ਭਟਕਦੀ ਹੋਈ ਆ, ਤੇ ਇਸੇ ਮੁੱਦੇ ਨੂੰ ਲੈ ਕੇ ਲੜਦੀ ਹੋਈ ਵੀ ਦਿਖਾਈ ਦਿੰਦੀ ਆ, ਪਰ ਹਾਰੀ ਹੋਈ ਵੀ ਦਿਖਾਈ ਦਿੰਦੀ। ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਕੁਰਸੀ ਹੈ ਉਹ ਵੀ ਉਹਨੂੰ ਵੀ ਕਰੰਟ ਸਭ ਤੋਂ ਜ਼ਿਆਦਾ ਇਸ ਬਿਜਲੀ ਮਹਿਕਮੇ ਨੇ ਹੀ ਲਗਾਇਆ। ਦੇਖੋ, ਕਰੰਟ ਤਾਂ ਫਿਰ ਬਿਜਲੀ ਤੋਂ ਹੀ ਲੱਗਣਾ ਹੁੰਦਾ, ਪਰ ਹੁਣ ਇਹ ਦੇਖਣਾ ਬਣਦਾ ਆ ਕਿ ਸਮਾਂ ਬੇਸ਼ੱਕ ਘੱਟ ਆ, ਪਰ ਇੰਨੇ ਸਮੇਂ ਦੇ ਦੌਰਾਨ ਚਰਨਜੀਤ ਚੰਨੀ ਨੇ ਇਹ ਮਹਿਕਮਾ ਆਪਣੇ ਕੋਲ ਰੱਖਿਆ। ਇਹਦਾ ਸਾਫ਼ ਮਤਲਬ ਆ ਕਿ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ, ਮਾਈਨਿੰਗ ਨੂੰ ਵੀ, ਵਿਜੀਲੈਂਸ ਨੂੰ ਵੀ ਤੇ PPA ਨੂੰ ਵੀ, ਪਬਲਿਕ ਪ੍ਰਾਈਵੇਟ ਜਿਹੜੇ ਐਗਰੀਮੈਂਟਸ ਨੇ, ਇਹਨਾਂ ਨੂੰ ਵੀ ਉਹ ਸੁਲਝਾਉਣ ਦੀ ਕੋਸ਼ਿਸ਼ ਕਰਨਗੇ। ਇਹਨਾਂ ਮੁੱਦਿਆਂ ਦੇ ਉੱਤੇ ਬਿਲਕੁਲ ਨਿਗਰਾਨੀ ਨਾਲ ਕੰਮ ਕਰਨਗੇ, ਤਨਦੇਹੀ ਨਾਲ ਕੰਮ ਕਰਨਗੇ, ਇਹਨਾਂ ਨੂੰ ਬਿਲਕੁਲ ਨੇੜੇ ਤੋਂ ਦੇਖਣਗੇ ਤੇ ਇਹਨਾਂ ਦੀਆਂ ਜਿਹੜੀਆਂ ਕਮੇਟੀਆਂ ਬਣਨਗੀਆਂ, ਇਹਨਾਂ ਐਗਰੀਮੈਂਟਸ ਨੂੰ ਖਤਮ ਕਰਨਾ ਹੈ, ਇਹਨਾਂ ਨੂੰ ਰਿਵਿਊ ਕਰਨਾ ਹੈ, ਇਹਨਾਂ ਦੇ ਵਿੱਚ ਕੁਝ ਪਾਉਣਾ ਕੱਢਣਾ ਹੈ ਜਾਂ ਇਹਨਾਂ ਨੂੰ ਇਦਾਂ ਹੀ ਚੱਲਦੇ ਰੱਖ ਲਿਆ ਜਾਵੇ ਤਾਂ ਜੋ ਸਰਕਾਰ ਦੇ ਖਜ਼ਾਨੇ ਦਾ ਵੀ ਨੁਕਸਾਨ ਨਾ ਹੋਵੇ ਤੇ ਲੋਕਾਂ ਨੂੰ ਵੀ ਜਿਹੜੀ ਬਿਜਲੀ ਸਪਲਾਈ ਆ ਉਹ ਸਹੀ ਤਰੀਕੇ ਦੇ ਨਾਲ ਮਿਲਦੀ ਰਹੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਦੇਖਣੀਆਂ ਜਾਣਗੀਆਂ। ਮੈਨੂੰ ਇਦਾਂ ਲੱਗਦਾ ਕਿ ਇਹ ਜਿਹੜੀ ਵੰਡ ਆ ਘੱਟੋ ਘੱਟ ਜਿਹੜੀ ਮੁੱਖ ਮੰਤਰੀ ਸਾਹਿਬ ਤੱਕ ਆਈ ਆ ਉਹ ਠੀਕ ਆ। ਉਸ ਤੋਂ ਇਲਾਵਾ ਇਹਨਾਂ ਨੇ ਟੂਰਿਜ਼ਮ ਐਂਡ ਕਲਚਰ ਆ ਤੇ ਨਾਲ ਹੋਰ ਜਿਹੜੇ 10-12 ਮਿਨਿਸਟਰੀਆਂ ਨੇ ਉਹ ਜ਼ਰੂਰ ਉਹਨਾਂ ਦੇ ਰੱਖੀਆਂ ਨੇ। ਟੂਰਿਜ਼ਮ ਐਂਡ ਕਲਚਰ ਦੀ ਜੇ ਅਸੀਂ ਗੱਲ ਕਰੀਏ ਤੇ ਲਗਭਗ ਸਾਰੀ ਦੁਨੀਆ ਦੇ ਵਿੱਚ ਬਹੁਤ ਹੀ ਕਮਾਈ ਕਰਨ ਵਾਲਾ, ਬਹੁਤ ਹੀ ਸੌਖਿਆਂ ਸੁਲਝਾਇਆ ਜਾਣ ਵਾਲਾ ਮਸਲਾ ਆ ਜੀ। ਇਹ ਉਹ ਮਹਿਕਮਾ ਆ ਜਿਹਦੇ ਨਾਲ ਸਰਕਾਰ ਨੂੰ ਵੱਡੀ ਪੱਧਰ ਤੇ ਆਮਦਨ ਹੁੰਦੀ ਆ ਤੇ ਨਾਲ ਦੀ ਨਾਲ ਸਾਰੀ ਦੁਨੀਆ ਦੇ ਵਿੱਚ ਸਰਕਾਰ ਦਾ ਅਕਸ, ਸਟੇਟ ਦਾ ਜਿਹੜਾ ਅਕਸ ਆ ਉਹ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਹੁੰਦਾ,
ਕਿਉਂਕਿ ਸਭ ਤੋਂ ਜ਼ਿਆਦਾ ਤੁਹਾਡੇ ਬਾਰੇ ਗੱਲ ਉਹੀ ਲੋਕ ਕਰਦੇ ਨੇ ਜਿਹੜੇ ਤੁਹਾਡੇ ਦੇਸ਼ ਨੂੰ, ਤੁਹਾਡੀ ਸਟੇਟ ਨੂੰ, ਤੁਹਾਡੀਆਂ ਥਾਵਾਂ ਨੂੰ ਘੁੰਮ ਕੇ ਦੇਖ ਕੇ ਜਾਂਦੇ ਨੇ। ਬਿਲਕੁਲ। ਜੇ ਪੰਜਾਬ ਦੀ ਗੱਲ ਕਰੀਏ ਤੇ ਇੱਥੋਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਬਾਹਰ ਰਹਿੰਦੇ ਨੇ ਜਿਹੜੇ ਪੰਜਾਬੀ ਨੇ ਤੇ ਉਹ ਅਕਸਰ ਪੰਜਾਬ ਆਉਂਦੇ ਨੇ। ਉਹਦੀ ਅਸੀਂ ਗੱਲ ਕਰੀਏ ਤੇ ਉਹ 2-3 ਚੀਜ਼ਾਂ ਲਈ ਆਉਂਦੇ ਨੇ। ਇੱਕ ਤੇ ਆਪਣੇ ਸਕੇ ਸੰਬੰਧੀਆਂ ਨੂੰ ਮਿਲਣ ਆਉਂਦੇ ਨੇ, ਉਹਨਾਂ ਦੀਆਂ ਜ਼ਮੀਨਾਂ, ਜਾਇਦਾਦਾਂ, ਘਰ ਪਰਿਵਾਰ ਸਾਰਾ ਕੁਝ ਇੱਥੇ ਆ। ਦੂਸਰਾ ਉਹ ਰਿਲੀਜੀਅਸ ਟੂਰਿਜ਼ਮ ਦੇ ਨਾਮ ਤੇ ਆਉਂਦੇ ਨੇ। ਜਿਹੜੇ ਸਿੱਖ ਕਮਿਊਨਿਟੀ ਨਾਲ ਜੁੜੇ ਹੋਏ ਨੇ ਜਾਂ ਨਾਨ ਸਿੱਖ ਵੀ ਨੇ, ਉਹ ਸਾਰੇ ਦਰਬਾਰ ਸਾਹਿਬ ਲਈ ਲਗਭਗ ਸਾਲ ਬਾਅਦ ਜਦੋਂ ਵੀ ਉਹਨਾਂ ਦਾ ਕਿਤੇ ਮੌਕਾ ਲੱਗੇ ਉਹ ਜ਼ਰੂਰ ਆਉਂਦੇ ਨੇ। ਤੇ ਇਸੇ ਤਰੀਕੇ ਦੇ ਨਾਲ ਫਿਰ ਨਾਲ ਦੀ ਨਾਲ ਹੈਗਾ ਮੈਡੀਕਲ ਟੂਰਿਜ਼ਮ। ਪੰਜਾਬ ਦੇ ਬਾਹਰ ਜਿਹੜੇ ਰਹਿੰਦੇ ਲੋਕ ਨੇ ਉਹਨਾਂ ਨੂੰ ਸਮਝ ਆ ਇਸ ਗੱਲ ਦੀ, ਜਾਂ ਇਹਨਾਂ ਨੂੰ ਪਤਾ ਆ ਕਿ ਇੱਥੇ ਜਿਹੜਾ ਮੈਡੀਕਲ ਫੈਸਿਲਿਟੀਆਂ ਕਾਫੀ ਸੌਖੀਆਂ ਨੇ, ਕਾਫੀ ਚੰਗੀਆਂ ਨੇ ਤੇ ਕਾਫੀ ਸਸਤੇ ਭਾਅ ਨੇ ਇਨ ਕੰਪੈਰੀਜ਼ਨ ਟੂ देयर ਕੰਟਰੀਜ਼। ਜੀ ਅਸੀਂ ਜਾਣਦੇ ਹਾਂ ਕਿ ਸਾਡੇ ਬਾਹਰਲੇ ਲੋਕ ਕਾਫੀ ਇੱਥੇ ਆਉਂਦੇ ਨੇ, ਉਹ ਡੈਂਟਿਸਟ ਦੀਆਂ ਪ੍ਰੋਬਲਮ ਹੋਣ, ਆਈਜ਼ ਦੀਆਂ ਪ੍ਰੋਬਲਮ ਹੋਣ ਜਾਂ ਕੁਝ ਹੋਰ ਚੀਜ਼ਾਂ ਹੋਣ। ਜੀ ਸ਼ਰਮਾ ਜੀ, ਜੇ ਆਪਾਂ ਇਹਦੇ ਨਾਲ ਹੀ ਗੱਲ ਜੋੜੀਏ ਕਿ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਲਈ NRI ਆਉਂਦੇ ਨੇ, ਤਾਂ ਇਹ ਮਹਿਕਮਾ ਕਿਹਨੂੰ ਦਿੱਤਾ ਗਿਆ? ਮੈਂ ਹੈਲਥ ਦੀ ਗੱਲ ਬਾਅਦ ਕਰਦਾ, ਮੈਂ ਟੂਰਿਜ਼ਮ ਦੀ ਗੱਲ ਕਰਦਾ ਸੀ। ਸੋ ਚੰਨੀ ਸਾਹਿਬ ਕੋਲ ਜਿਹੜੇ ਮਹਿਕਮੇ ਆਏ ਨੇ, ਹਾਲਾਂਕਿ ਉਹਨਾਂ ਕੋਲ ਸਮਾਂ ਬਹੁਤ ਘੱਟ ਆ, ਕਰਨਗੇ ਉਹ ਮਾਈਨਿੰਗ ਦੇ ਉੱਤੇ, PPS ਦੇ ਉੱਤੇ ਜੇਕਰ ਉਹ ਥੋੜਾ ਜਿਹਾ ਧਿਆਨ ਦੇ ਦਿੰਦੇ ਨੇ। ਜਿੱਦਾਂ ਅਸੀਂ ਗੱਲ ਕੀਤੀ ਸੀ ਪਿਛਲੇ ਅਗਸਤ ਦੇ ਵਿੱਚ ਹੀ ਕਿ ਕੈਪਟਨ ਸਾਹਿਬ ਨੇ ਕਮੇਟੀ ਬਣਾਈ ਆ, ਇਹਨਾਂ ਸਮਝੌਤੇ ਨੂੰ ਰਿਵਿਊ ਕਰ ਲਿਆ ਗਿਆ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜਲਦੀ ਜਿਹੜੀਆਂ ਆ ਸੰਭਵ ਹੋ ਜਾਂਦੀਆਂ। ਅਸੀਂ ਲੋਕ ਫਿਲਮਾਂ ਤੋਂ ਤੇ ਫਿਲਮੀ ਅਭਿਨੇਤਾਵਾਂ ਤੋਂ ਬਹੁਤ ਛੇਤੀ ਪ੍ਰਭਾਵਿਤ ਹੁੰਦੇ ਆ। ਸਾਰੇ ਹੀ ਲੋਕਾਂ ਨੂੰ ਨਾਇਕ ਨਾਮ ਦੀ ਫਿਲਮ ਸਾਰੇ ਹਿੰਦੁਸਤਾਨ ਨੇ ਦੇਖੀ ਤੇ ਬੜੀ ਫਿੱਟ ਸੀ। ਉਹ ਇੱਕ ਦਿਨ ਦਾ CM ਜਿੱਦਾਂ ਕੁਝ ਕੰਮ ਕਰਦਾ, ਅਸੀਂ ਅਸਲ ਦੇ ਵਿੱਚ ਉਹ ਜਿਹੇ ਹੀ ਸਿੱਟਿਆਂ ਦੀ, ਉਹ ਜਿਹੀਆਂ ਹੀ ਸਪੀਡ ਦੀ ਆਸ ਰੱਖਦੇ ਆ ਸਰਕਾਰਾਂ ਕੋਲੋਂ, ਪਰ ਜਦੋਂ ਲੰਬੇ ਸਮੇਂ ਤੱਕ ਸਰਕਾਰਾਂ ਕੁਝ ਨਹੀਂ ਕਰਦੀਆਂ ਫਿਰ ਸਾਨੂੰ ਨਿਰਾਸ਼ਾ ਹੁੰਦੀ ਹੈ। ਜੀ ਹੁਣ ਤੁਸੀਂ ਦੱਸਦੇ ਸੀ ਗੱਲ, ਜਿਹੜੇ ਡਿਪਟੀ ਮੁੱਖ ਮੰਤਰੀ ਬਣੇ ਨੇ 2 ਜੀ, ਰੰਧਾਵਾ ਸਾਹਿਬ ਹਾਂਜੀ ਤੇ OP ਸੋਨੀ ਸਾਹਿਬ। ਸੁਖਜਿੰਦਰ ਸਿੰਘ ਰੰਧਾਵਾ ਜੀ ਕੋਲ ਜੇਲ੍ਹ ਵਿਭਾਗ ਪਹਿਲਾਂ ਹੀ ਸੀ, ਕਾਰਪੋਰੇਸ਼ਨ ਜਿਹੜਾ ਸਹਿਕਾਰਤਾ ਮੰਤਰੀ ਆ ਉਹ ਵੀ ਉਹਨਾਂ ਨੂੰ ਬਣਾਇਆ ਗਿਆ ਤੇ ਨਾਲ ਦੀ ਨਾਲ ਉਹਨਾਂ ਨੂੰ ਹੋਮ ਮਿਨਿਸਟਰੀ ਦਿੱਤੀ ਗਈ ਹੈ। ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਹੋਮ ਮਿਨਿਸਟਰੀ ਮੁੱਖ ਮੰਤਰੀ ਕੋਲ ਨਾ ਹੋ ਕੇ ਕਿਸੇ ਦੂਸਰੇ ਬੰਦੇ ਕੋਲ ਗਈ ਆ। ਹੁਣ ਦਰਸ਼ਕ ਕਹਿਣਗੇ ਕਿ ਪਹਿਲੀ ਵਾਰ ਨਹੀਂ ਹੋਇਆ, ਦੂਜੀ ਵਾਰ ਹੋਇਆ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਕੋਲ ਸੀ, ਪਰ ਉਹ ਫਿਰ ਪਿਓ ਪੁੱਤਰ ਵਾਲੀ ਹੀ ਜਿਹੜੀ ਗੱਲ ਉਹ ਸੀ। ਤੇ ਰੰਧਾਵਾ ਸਾਹਿਬ ਦੇ ਬਾਰੇ 'ਚ ਕਿਹਾ ਜਾਂਦਾ ਕਿ ਉਹ ਵੀ ਮਾਝੇ ਤੋਂ ਨੇ ਤੇ ਉਹਨਾਂ ਦੀ ਵੀ ਜਿਹੜੀ ਵੱਡੀ ਡਿਮਾਂਡ ਆ ਉਹ ਬੇਅਦਬੀ ਵਾਲੇ ਮਾਮਲਿਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਵਿਕਰਮਜੀਤ ਸਿੰਘ ਮਜੀਠੀਆ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਨਾਲ ਹੀ ਨਾਲ ਜੋ ਵੀ ਇਹਦੇ ਲਈ ਦੋਸ਼ੀ ਮੰਨੇ ਜਾਣ ਉਹਨਾਂ ਨੂੰ ਉਹ ਤਵਰਿਤ ਤੌਰ ਦੇ ਉੱਤੇ ਜਲਦ ਤੋਂ ਜਲਦ ਚਾਹੁੰਦੇ ਨੇ ਕਿ ਇਹਨਾਂ ਮਸਲਿਆਂ ਦਾ ਜਿਹੜਾ ਹੱਲ ਕੀਤਾ ਜਾਵੇ ਜਾਂ ਕਰਵਾਇਆ ਜਾਵੇ। ਸੋ ਹੁਣ ਦੇਖਣਾ ਪਵੇਗਾ ਕਿ ਜੇਲ੍ਹ ਮੰਤਰੀ ਹੁੰਦਿਆਂ ਉਹਨਾਂ ਨੇ ਜੇਲ੍ਹਾਂ 'ਚ ਕੀ ਕੁਝ ਕੀਤਾ। ਅਸੀਂ ਰੋਜ਼ ਖਬਰਾਂ ਪੜ੍ਹਦੇ ਹਾਂ ਕਿ ਜੇਲ੍ਹ 'ਚੋਂ ਫੋਨ ਫੜੇ ਗਏ, ਜੇਲ੍ਹਾਂ 'ਚੋਂ ਡਰੱਗਸ ਫੜੀਆਂ ਗਈਆਂ, ਜੇਲ੍ਹਾਂ 'ਚ ਲੜਾਈਆਂ ਹੋਈਆਂ ਤੇ ਨਾਲ ਦੀ ਨਾਲ ਹੁਣ ਉਹਨਾਂ ਨੂੰ ਕਾਰਪੋਰੇਸ਼ਨ ਮਿਨਿਸਟਰੀ ਜਿਹੜੀ ਦਿੱਤੀ ਗਈ ਹੈ ਉਹ ਬਹੁਤ ਹੀ ਅਹਿਮ ਮੰਤਰਾਲਾ। ਪਤਾ ਨਹੀਂ ਲੋਕ ਉਹਦੇ ਬਾਰੇ ਕੀ ਸੋਚਦੇ ਆ, ਕੀ ਨਹੀਂ ਸੋਚਦੇ, ਦਰਸ਼ਕ ਉਹਨੂੰ ਕਿੰਨਾ ਇੰਪੋਰਟੈਂਸ ਮੰਨਦੇ ਆ, ਪਰ ਮੇਰੀ ਨਜ਼ਰ ਦੇ ਵਿੱਚ ਕਾਰਪੋਰੇਸ਼ਨ ਜਿਹੜਾ ਕੋਆਪਰੇਸ਼ਨ ਹੈ, ਸਹਿਕਾਰਤਾ ਮਿਨਿਸਟਰੀ ਜਿਹੜੀ ਆ, ਜੇਕਰ ਪੰਜਾਬ ਦੀ ਖੇਤੀ ਨੂੰ ਬਚਾਉਣਾ ਹੋਵੇ, ਜੇਕਰ ਪੰਜਾਬ ਦੀ ਆਰਥਿਕਤਾ ਨੂੰ ਨਵੇਂ ਸਿਰੇ ਤੇ ਲੈ ਕੇ ਆਉਣਾ ਹੋਵੇ ਤੇ ਉਹਦੇ ਲਈ ਸਭ ਤੋਂ ਜ਼ਰੂਰੀ ਜਿਹੜਾ ਮਹਿਕਮਾ ਆ ਉਹ ਇਹੀ ਆ। ਜੀ ਸ਼ਰਮਾ ਜੀ, ਇਹ ਮੰਤਰੀ ਮੰਡਲ ਦੇ ਵਿੱਚ ਜਿਹੜੇ ਅਹੁਦਿਆਂ ਦੀ ਵੰਡ ਕੀਤੀ ਗਈ ਹੈ, ਇਹਦੇ ਬਾਰੇ ਅਸੀਂ ਹਜੇ ਵੀ ਚਰਚਾ ਅੱਗੋਂ ਵੀ ਜਾਰੀ ਰੱਖਾਂਗੇ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਚਰਚਾ ਲੈ ਕੇ ਹਾਜ਼ਰ ਹਾਂ। ਸੋ ਸ਼ਰਮਾ ਜੀ, ਅਸੀਂ ਗੱਲ ਕਰ ਰਹੇ ਸੀ ਸੁਖਜਿੰਦਰ ਸਿੰਘ ਰੰਧਾਵਾ ਦੀ। ਉਹ ਪਹਿਲਾਂ ਵੀ ਜੇਲ੍ਹ ਮੰਤਰੀ ਰਹਿ ਚੁੱਕੇ ਨੇ। ਹਾਲਾਂਕਿ ਜੇਲ੍ਹ ਮੰਤਰੀ ਰਹਿੰਦਿਆਂ ਉਹਨਾਂ ਤੇ ਕਾਫੀ ਸਾਰੇ ਸਵਾਲ ਵੀ ਉੱਠਦੇ ਰਹੇ ਨੇ ਤੇ ਹੁਣ ਅੱਗੋਂ ਦੀ ਗੱਲ ਕਰੀਏ ਜੇ, ਉਹ ਹੁਣ ਤਾਂ ਉਪ ਮੁੱਖ ਮੰਤਰੀ ਬਣ ਚੁੱਕੇ ਨੇ ਤੇ ਉਹਨਾਂ ਨੂੰ ਹੋਰ ਵੀ ਬਹੁਤ ਸਾਰੇ ਡਿਪਾਰਟਮੈਂਟ ਮਿਲ ਚੁੱਕੇ ਨੇ। ਕੀ ਕਹਿਣਾ ਚਾਹੋਗੇ? ਗ੍ਰਹਿ ਮੰਤਰਾਲਿਆ ਦੇ ਦੌਰਾਨ ਜਿੱਦਾਂ ਮੈਂ ਦੱਸਿਆ ਕਿ ਪੁਲਿਸ ਜਿਹੜੀ ਆ ਉਹ ਸਟੇਟ ਦੀ ਉਹ ਦੇਖਣਗੇ ਤੇ ਕੁਝ ਹੋਰ ਜਿਹੜੇ ਲਾਅ ਐਂਡ ਆਰਡਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਫਿਰ ਉਹਨਾਂ ਦੇ ਕੋਲ ਆਉਣਗੀਆਂ। ਮੈਂ ਸਹਿਕਾਰਤਾ ਮੰਤਰੀ ਦੀ ਗੱਲ ਕਰਦਾ ਸੀ। ਕੈਪਟਨ ਕਮਲਜੀਤ ਸਿੰਘ ਕਿਸੇ ਟਾਈਮ ਤੇ ਪੰਜਾਬ ਦੇ ਸਹਿਕਾਰਤਾ ਮੰਤਰੀ ਹੁੰਦੇ ਸੀ, ਕੈਪਟਨ ਸਾਹਿਬ ਉਹਦੀ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ। ਉਸ ਤੋਂ ਬਾਅਦ ਜੇਕਰ ਅਸੀਂ ਬੀਤੇ ਸਮੇਂ ਦੀ ਗੱਲ ਕਰੀਏ ਤੇ ਭਾਰਤ ਸਰਕਾਰ ਨੇ ਹੁਣੇ ਬੀਤੇ ਦਿਨੀ ਕੁਝ 2-3 ਮਹੀਨੇ ਪਹਿਲਾਂ ਹੀ ਸਹਿਕਾਰਤਾ ਮੰਤਰਾਲਿਆ ਨਵਾਂ ਇੱਕ ਮਿਨਿਸਟਰੀ ਡਿਵੈਲਪ ਕੀਤੀ ਹੈ। ਅਮਿਤ ਸ਼ਾਹ ਦੇ ਕੋਲ ਹੀ ਉਹ ਮਿਨਿਸਟਰੀ ਆ ਤੇ ਇਸ ਚੀਜ਼ ਨੂੰ ਦੇਖਣਾ ਬਣਦਾ ਕਿ ਭਾਰਤ ਸਰਕਾਰ ਇਸ ਕੋਆਪਰੇਸ਼ਨ ਵਾਲੇ ਮਾਮਲੇ ਨੂੰ, ਸਹਿਕਾਰਤਾ ਵਾਲੇ ਮਾਮਲੇ ਨੂੰ ਪੂਰੇ ਸ਼ਿੱਦਤ ਨਾਲ, ਪੂਰੀ ਨੇੜਿਓਂ ਇਸ ਚੀਜ਼ ਨੂੰ ਦੇਖ ਰਹੀ ਹੈ ਤੇ ਬਹੁਤ ਇੱਕ ਵੱਡੀ ਜਿਹੜੀ ਗੱਲ ਉਹਦੇ 'ਚ ਸਾਹਮਣੇ ਆ ਰਹੀ ਹੈ। ਹਾਲਾਂਕਿ ਉਹਨਾਂ ਦੀ ਸੈਂਟਰ ਗਵਰਨਮੈਂਟ ਦੀ ਨੀਅਤ ਤੇ ਨੀਤੀ ਉੱਥੇ
ਕੋਆਪਰੇਟਿਵ ਬੈਂਕਾਂ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਭਾਰਤ ਦਾ ਵੱਡਾ ਸਰਮਾਇਆ ਪਿਆ ਉਹਨੂੰ ਦੇਖਣ ਲਈ ਲੱਗ ਰਹੀ ਆ। ਪਰ ਮੈਂ ਸਹਿਕਾਰਤਾ ਮੰਤਰਾਲੇ ਨੂੰ ਇਦਾਂ ਦੇਖਦਾ ਜਿਵੇਂ ਲਿਜਤ ਉਦਯੋਗ ਸੀ ਇੱਕ, ਤੇ ਇੱਕ ਅਮੂਲ ਨਾਂ ਦੀ ਸੰਸਥਾ ਜਿਹੜੀ ਗੁਜਰਾਤ ਤੋਂ ਬਣੀ। ਵਰਗੇਸ਼ ਕੁਰੀਅਨ ਇੱਕ ਇਨਸਾਨ ਸੀ, ਉਹਨਾਂ ਦੀ ਹੁਣ ਡੈਥ ਹੋ ਗਈ ਪਿੱਛੇ ਜਿਹੇ, ਪਰ ਉਹਨਾਂ ਨੇ ਚਿੱਟਾ ਇਨਕਲਾਬ ਭਾਰਤ ਦੇ ਵਿੱਚ ਲੈ ਕੇ ਆਂਦਾ। ਜਦੋਂ ਅਸੀਂ ਪੰਜਾਬ ਦੀ ਖੇਤੀ ਨੂੰ ਦੇਖਦੇ ਹਾਂ ਤੇ ਮੇਰੇ ਨਾਲ ਜੁੜੇ ਹੋਏ ਕੁਝ ਲੋਕ ਨੇ ਜਿਹੜੇ ਕੋਆਪਰੇਸ਼ਨ ਦੇ ਨਾਲ ਖੇਤੀ ਕਰਦੇ ਨੇ। 4-5 ਲੋਕ ਨੇ, ਸਾਰਿਆਂ ਕੋਲ ਚੰਗੀ ਜ਼ਮੀਨ ਆ, ਪਰ ਉਹਨਾਂ ਨੇ ਵੰਡ ਕੇ ਇੰਸਟਰੂਮੈਂਟਸ ਖਰੀਦੇ ਹੋਏ ਨੇ। ਜਿਹੜੇ 2-3 ਚਾਹੀਦੇ ਨੇ, ਇੱਕ ਬੰਦੇ ਕੋਲ ਆ, 2-3 ਹੋਰ ਦੂਸਰੇ ਕੋਲ ਆ, 2-3 ਹੋਰ ਤੀਸਰੇ ਕੋਲ ਆ। ਇਸੇ ਦਾ ਹੀ ਨਾਂ ਅਸਲ 'ਚ ਕੋਆਪਰੇਸ਼ਨ ਹੈ ਜੀ। ਸਾਡੇ 50-40 ਕੁ ਸਾਲ ਪਿੱਛੇ ਚਲੇ ਜਾਈਏ ਤੇ ਖੇਤੀ ਇਦਾਂ ਹੀ ਹੁੰਦੀ ਸੀ ਕਿ ਜੋਗ ਵੀ ਕਿਸੇ ਨਾ ਕਿਸੇ ਦੀ ਲਈ ਜਾਂਦੀ ਸੀ। ਜੇ ਅੱਜ ਹਲ ਤੁਹਾਡੇ ਵਾਹੁਣਾ ਆ ਤੇ ਮੇਰੇ ਬਲਦ ਉੱਧਰ ਚਲੇ ਜਾਂਦੇ ਸੀ। ਜੇ ਅੱਜ ਫਸਲ ਦੀ ਕਟਾਈ ਕਰਨੀ ਆ ਤਾਂ ਤੁਹਾਡੇ ਜਿਹੜੇ ਘਰ ਦੇ ਬੰਦੇ ਆ ਜਾਂ ਉਹ ਮੇਰੇ ਨਾਲ ਮਿਲ ਕੇ ਕੰਮ ਕਰਦੇ ਸੀ। ਜਦੋਂ ਅਸੀਂ ਪੰਜਾਬ ਦੀ ਖੇਤੀ ਦਾ ਮੁਲਾਂਕਣ ਕਰਦੇ ਹਾਂ ਤੇ ਵੱਡੇ ਜਿਹੜੇ ਆਰਥਿਕ ਜਾਂ ਖੇਤੀ ਮਾਹਰ ਨੇ ਉਹ ਕਹਿੰਦੇ ਨੇ ਕਿ ਜਿੰਨੀ ਪੰਜਾਬ ਦੀ ਜ਼ਮੀਨ ਆ ਉਹਨੂੰ ਖੇਤੀਯੋਗ ਬਣਾਉਣ ਲਈ, ਉਹਦੇ 'ਚ ਖੇਤੀ ਦਾ ਕੰਮ ਕਰਨ ਲਈ ਜਿੰਨੇ ਕੁ ਟਰੈਕਟਰਾਂ ਦੀ ਲੋੜ ਆ ਉਹਦੇ ਨਾਲੋਂ 4 ਗੁਣਾ ਵੱਧ ਟਰੈਕਟਰ ਪੰਜਾਬ 'ਚ ਨੇ ਜੀ। ਉਹਦੀ ਵਜ੍ਹਾ ਇਹੀ ਆ ਕਿ ਇੱਥੇ ਕੋਆਪਰੇਸ਼ਨ ਜਿਹੜੀ ਆ ਉਹ ਥੋੜ੍ਹੀ ਜਿਹੀ ਘੱਟ ਹੋ ਗਈ। ਜੇਕਰ ਕੋਆਪਰੇਟਿਵ ਸੁਸਾਇਟੀਆਂ ਜਿਹੜੀਆਂ ਪੰਜਾਬ 'ਚ ਬਣੀਆਂ ਹੋਈਆਂ ਨੇ, ਕੋਆਪਰੇਟਿਵ ਬੈਂਕਾਂ ਬਣੀਆਂ ਹੋਈਆਂ ਨੇ, ਉੱਥੇ ਇਹ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਣ। ਜੇ ਉਹ ਸਾਰੀਆਂ ਚੀਜ਼ਾਂ ਕਿਸਾਨਾਂ ਨੂੰ ਉਹਨਾਂ ਸੁਸਾਇਟੀਆਂ ਦੇ ਨਾਲ ਜੋੜਿਆ ਜਾਵੇ। ਜੇ ਜਿੱਦਾਂ ਸਾਡੇ ਕਰਜ਼ੇ ਉੱਥੋਂ ਸਾਨੂੰ ਮਿਲਦੇ ਆ, ਖਾਦਾਂ ਉੱਥੇ ਮਿਲਦੀਆਂ ਨੇ, ਦਵਾਈਆਂ ਉੱਥੋਂ ਮਿਲਦੀਆਂ ਨੇ, ਸਬਸਿਡੀ ਉੱਥੋਂ ਮਿਲਦੀ ਆ, ਜੇਕਰ ਇਸ ਚੀਜ਼ ਨੂੰ ਵਧਾਵਾ ਦਿੱਤਾ ਜਾਵੇ ਤੇ ਪੰਜਾਬ ਦੀ ਖੇਤੀ ਨਾਲ ਜੁੜੇ ਹੋਏ ਬਹੁਤੇ ਜਿਹੜੇ ਮਸਲੇ ਆ ਉਹ ਹੱਲ ਕੀਤੇ ਜਾ ਸਕਦੇ ਨੇ ਤੇ ਖੇਤੀ ਉਪਜ ਦੇ ਉੱਪਰ ਜਿਹੜਾ ਖਰਚ ਆ ਉਹਦੇ 'ਚ ਵੱਡੀ ਕਟੌਤੀ ਕੀਤੀ ਜਾ ਸਕਦੀ ਹੈ। ਪਰ ਉਹਦੇ ਲਈ ਬਹੁਤ ਲੰਬੀ ਚੌੜੀ ਮਿਹਨਤ ਦੀ ਲੋੜ ਆ, ਕਾਫੀ ਕੰਮ ਕਰਨ ਦੀ ਲੋੜ ਆ। ਸਿਰਫ ਗੱਲਾਂ ਜਾਂ ਬਿਆਨਬਾਜ਼ੀ ਨਾਲ ਗੱਲ ਨਹੀਂ ਬਣਨੀ। ਹੁਣ ਤੁਸੀਂ ਗੱਲ ਕਰਾਂਗੇ ਅਗਲਾ ਸਵਾਲ ਤੁਹਾਡਾ ਜੀ। ਬਿਲਕੁਲ, ਮੈਂ ਕਰ ਰਹੀ ਸੀ ਕਿ ਤੁਸੀਂ ਸਹਿਕਾਰਤਾ ਦੀ ਗੱਲ ਕੀਤੀ। ਬਿਲਕੁਲ, ਸਹਿਕਾਰੀ ਬੈਂਕ ਇਹਦੀ ਬਹੁਤ ਵੱਡੀ ਉਦਾਹਰਣ ਨੇ ਤੇ ਓਪੀ ਸੋਨੀ ਵੀ ਉਪ ਮੁੱਖ ਮੰਤਰੀ ਬਣੇ ਨੇ, ਉਹਨਾਂ ਨੂੰ ਵੀ ਉਹਨਾਂ ਦੇ ਮਹਿਕਮੇ ਦੇ ਦਿੱਤੇ ਗਏ ਨੇ। ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਕਰੋਨਾ ਦੇ ਦੌਰ 'ਚ ਸਾਹਮਣੇ ਆਈ ਉਹ ਸਿਹਤ ਆ ਤੇ ਸਿਹਤ ਨਾਲ ਸੰਬੰਧਿਤ ਜਿਹੜੇ ਸਾਡਾ ਇਨਫਰਾਸਟ੍ਰਕਚਰ ਆ, ਹਸਪੀਟਲ ਨੇ, ਡਿਸਪੈਂਸਰੀਆਂ ਨੇ, ਡਾਕਟਰੀ ਅਮਲਾ ਹੈ, ਇੰਤਜ਼ਾਮਾਤ ਨੇ, ਉਹਨਾਂ ਦੀ ਗੱਲ ਜਿਹੜੀ ਹੋਈ ਆ। ਸਿਹਤ ਮਿਨਿਸਟਰੀ ਜਿਹੜੀ ਆ ਉਹ ਇਹਨਾਂ ਨੂੰ ਮਿਲੀ ਆ, ਹੈਲਥ ਮਿਨਿਸਟਰੀ ਜਿਹਨੂੰ ਅਸੀਂ ਕਹਿੰਦੇ ਬਹੁਤ ਇੰਪੋਰਟੈਂਟ ਮਹਿਕਮਾ ਮਿਲਿਆ, ਬਹੁਤ ਇੰਪੋਰਟੈਂਟ ਆ। ਇਹਦੇ ਨਾਲ ਦੀ ਨਾਲ ਉਹਨਾਂ ਨੇ ਸਾਬਕਾ ਫੌਜੀਆਂ ਦੀ ਭਲਾਈ ਦੇ ਉੱਤੇ ਕੰਮ ਕਰਨਾ ਹੈ ਤੇ ਆਜ਼ਾਦੀ ਘੁਲਾਟੀਆਂ ਵਾਲਾ ਮਹਿਕਮਾ ਵੀ ਇਹਨਾਂ ਦੇ ਕੋਲ ਆ ਜੀ। ਇੱਥੇ ਅਸੀਂ ਇਹ ਗੱਲ ਕਰਨੀ ਬਣਦੀ ਹੈ ਹਰਪ੍ਰੀਤ ਜੀ ਕਿ ਮਹਿਕਮਿਆਂ ਦੀ ਗਿਣਤੀ ਜਿਹੜੀ ਉਹ ਬਹੁਤ ਜ਼ਿਆਦਾ ਵਧੀ ਹੋਈ ਆ ਜੀ। ਬਹੁਤ ਸਾਰੇ ਮਿਨਿਸਟਰੀਆਂ ਇਹੋ ਜਿਹੀਆਂ ਨੇ, ਹਾਲਾਂਕਿ ਉਹ ਇੰਪੋਰਟੈਂਟ ਨੇ, ਕੋਈ ਇਹਦੇ 'ਚ ਸ਼ੱਕ ਨਹੀਂ, ਪਰ ਕਿਉਂਕਿ ਮਿਨਿਸਟਰੀਆਂ ਬਹੁਤ ਜ਼ਿਆਦਾ ਬਣੀਆਂ ਹੋਈਆਂ ਇਸ ਕਰਕੇ ਫਿਰ ਇੱਕ ਬੰਦੇ ਕੋਲ 2-2 3-3 4-4 ਮਿਨਿਸਟਰੀਆਂ ਜਿਹੜੀਆਂ ਉਹ ਹੱਥ ਆਉਂਦੀਆਂ ਨੇ। ਕਿਉਂਕਿ ਸੰਵਿਧਾਨ 'ਚ ਸੋਧ ਹੋ ਚੁੱਕੀ ਆ ਕਿ ਨੰਬਰ ਆਫ MLAs ਦਾ, ਨੰਬਰ ਆਫ MPs ਦੀ ਪ੍ਰਪੋਰਸ਼ਨ ਦੇ ਨਾਲ, ਉਹਦੇ ਅਨੁਪਾਤ ਦੇ ਵਿੱਚ 15% ਤੋਂ ਜ਼ਿਆਦਾ ਬੰਦਿਆਂ ਨੂੰ ਤੁਸੀਂ ਮਿਨਿਸਟਰ ਨਹੀਂ ਬਣਾ ਸਕਦੇ। ਸੋ ਓਪੀ ਸੋਨੀ ਸਾਹਿਬ ਦੇਖਦੇ ਹਾਂ ਸਿਹਤ ਸੇਵਾਵਾਂ 'ਚ ਕਿਵੇਂ ਸੋਧ ਕਰਦੇ ਨੇ। ਡਾਕਟਰਸ ਕਾਫੀ ਲੰਬੇ ਸਮੇਂ ਤੋਂ ਹੜਤਾਲ 'ਤੇ ਨੇ, ਹੁਣ ਥੋੜ੍ਹਾ ਬਹੁਤਾ ਉਹਨਾਂ ਨੇ ਮਸਲਾ ਹੱਲ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਕਿਵੇਂ ਕਰਨਗੇ, ਕਿਵੇਂ ਨਹੀਂ ਕਰਨਗੇ। ਮੈਡੀਕਲ ਕਾਲਜਸ ਦੇ ਬਣਨ ਦੀ ਗੱਲ ਜਿਹੜੀ ਆ ਉਹ ਬਹੁਤ ਸਾਹਮਣੇ ਆਉਂਦੀ ਆ ਤੇ ਮੈਡੀਕਲ ਕਾਲਜ ਜਿਹੜੇ ਸਰਕਾਰੀ ਤੌਰ 'ਤੇ ਚੱਲ ਰਹੇ ਨੇ ਉਹਨਾਂ ਦਾ ਜਿਹੜਾ ਸਿਸਟਮ ਆ ਉਹ ਵੀ ਸਾਰਾ ਵਿਗੜਿਆ ਰਹਿੰਦਾ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਦੇ ਕਰਨ ਦੀਆਂ ਹਨ। ਦੇਖਦੇ ਆਉਣ ਵਾਲੇ ਦਿਨਾਂ 'ਚ ਇਹ ਦੋਨੋਂ ਮੁੱਖ ਮੰਤਰੀ ਤੇ ਮੁੱਖ ਮੰਤਰੀ ਸਾਹਿਬ ਮਿਲ ਕੇ ਇਸ ਸਿਸਟਮ ਨੂੰ ਕਿੱਦਾਂ ਚਲਾਉਂਦੇ ਨੇ। ਬਿਲਕੁਲ ਸ਼ਰਮਾ ਜੀ, ਜੇ ਅਸੀਂ ਗੱਲ ਕਰੀਏ ਕਿ ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਗਟ ਸਿੰਘ, ਉਹ ਨਵੀਂ ਉਹਨਾਂ ਦੀ ਐਂਟਰੀ ਹੋਈ ਹੈ ਤੇ ਮੈਨੂੰ ਲੱਗਦਾ ਨਵੀਂ ਐਂਟਰੀ ਹੁੰਦਿਆਂ ਉਹਨਾਂ ਨੂੰ ਕਾਫੀ ਜ਼ਿਆਦਾ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਦੇਖੋ, ਜਿੰਨੇ ਵੀ ਲੋਕ, ਚਾਹੇ ਤੁਸੀਂ ਆ ਚਾਹੇ ਮੈਂ ਆ, ਜਦੋਂ ਅਸੀਂ ਸਿਹਤ ਦੀ ਗੱਲ ਕਰਦੇ ਹਾਂ ਤੇ ਅਗਲੀ ਗੱਲ ਫਿਰ ਸਿੱਖਿਆ ਦੀ ਹੀ ਕਰਦੇ ਹਾਂ। ਬਿਲਕੁਲ, ਅਸੀਂ ਅਕਸਰ ਕਹਿੰਦੇ ਹਾਂ ਕਿ ਲੋਕਤੰਤਰਿਕ ਸਰਕਾਰਾਂ ਦੇ ਵਿੱਚ ਜਾਂ ਚੁਣੀਆਂ ਹੋਈਆਂ ਸਰਕਾਰਾਂ ਦੇ ਵਿੱਚ ਆਮ ਲੋਕਾਂ ਦੇ ਮਤਲਬ ਦੀਆਂ, ਮਸਲੇ ਦੀਆਂ ਤਿੰਨੋਂ ਚੀਜ਼ਾਂ ਜਿਹੜੀਆਂ ਨੇ ਸਭ ਤੋਂ ਇੰਪੋਰਟੈਂਟ। ਬਿਲਕੁਲ, ਇੱਕ ਤਾਂ ਨਿਆਂ, ਬਰਾਬਰੀ ਤੇ ਨਿਆਂ, ਇਕੁਐਲਿਟੀ ਐਂਡ ਜਸਟਿਸ, ਫਿਰ ਉਸ ਤੋਂ ਬਾਅਦ ਸਿਹਤ ਤੇ ਫਿਰ ਸਿੱਖਿਆ। ਸਾਡੀ ਮਿਡਲ ਏਜ ਦੇ ਬੰਦਿਆਂ ਦੀ ਸਭ ਤੋਂ ਵੱਡੀ ਲੋੜ ਇਹੀ ਹੁੰਦੀ ਆ ਕਿ ਸਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਜਿਹੜੀ ਆ ਉਹ ਮਿਲ ਜਾਏ ਤੇ ਇਹੀ ਮਿਨਿਸਟਰੀ ਜਿਹੜੀ ਆ ਸਿੱਖਿਆ ਵਾਲੀ ਪੰਜਾਬ ਦੇ ਵਿੱਚ ਬਹੁਤ ਚਰਚਿਤ ਰਹਿੰਦੀ ਆ, ਅਧਿਆਪਕਾਂ ਨੂੰ ਲੈ ਕੇ, ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ। ਤੇ ਫਿਰ ਜਦੋਂ ਅਪ੍ਰੈਲ ਦਾ ਮਹੀਨਾ ਆਉਂਦਾ, ਰਿਜ਼ਲਟ ਖਤਮ ਹੋ ਜਾਂਦੇ ਨੇ, ਆ ਜਾਂਦੇ ਨੇ, ਕਲਾਸਾਂ ਅਗਲੀਆਂ ਹੁੰਦੀਆਂ, ਫਿਰ ਬਦਲੀਆਂ ਨੂੰ ਲੈ ਕੇ। ਹਾਲਾਂਕਿ ਹੁਣ ਬੀਤੇ 1-2 ਸਾਲ ਤੋਂ ਇਹ ਬਦਲੀਆਂ ਵਾਲੀ ਪ੍ਰਕਿਰਿਆ ਜਿਹੜੀ ਉਹਦੇ 'ਚ ਕਾਫੀ ਚੇਂਜਸ ਆ ਚੁੱਕੀਆਂ। DGSE ਜਿਹੜੇ ਸਕੂਲ ਐਜੂਕੇਸ਼ਨ ਦੇ ਨੇ, IAS, ਉਹਨਾਂ ਨੇ, ਕ੍ਰਿਸ਼ਨ ਕੁਮਾਰ ਜੀ ਨੇ ਇਹਦੇ 'ਚ ਕਾਫੀ ਬਦਲਾਵ ਕੀਤੇ ਨੇ ਤੇ ਹੁਣ ਜਿਹੜੀਆਂ ਬਦਲੀਆਂ ਲਗਭਗ ਆਨਲਾਈਨ ਹੋ ਜਾਂਦੀਆਂ। ਪਰ ਫਿਰ ਵੀ ਇਹਦੀ ਜਿਹੜੀ ਚਰਚਾ ਆ ਉਹ ਵੇਲੇ ਤੇ ਹੁੰਦੀ ਰਹਿੰਦੀ ਹੈ। ਫਿਰ ਵੀ ਜੇ ਅਸੀਂ ਗੱਲ ਕਰੀਏ ਕਿ ਕੈਪਟਨ ਅਮਰਿੰਦਰ ਸਿੰਘ ਵੇਲੇ ਸਭ ਤੋਂ ਜ਼ਿਆਦਾ ਟੈਂਕੀਆਂ ਤੇ ਚੜੇ ਸਾਡੇ ਅਧਿਆਪਕ ਸੀ ਸਿੱਖਿਆ ਮਹਿਕਮੇ ਨਾਲ ਸੰਬੰਧਿਤ। ਤੇ ਹੁਣ ਤੁਸੀਂ ਗੱਲ ਕੀਤੀ ਸੀ ਪ੍ਰਗਟ ਸਿੰਘ ਤੇ ਰਾਜਾ ਵੜਿੰਗ ਦੀ। ਪ੍ਰਗਟ ਸਿੰਘ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਐਸੇ ਸ਼ਖਸੀਅਤ ਨੇ
ਕਿ ਜਿਹੜੇ 올림픽ੀਅਨ ਰਹਿ ਚੁੱਕੇ ਨੇ, ਬਿਲਕੁਲ ਡਾਇਰੈਕਟਰ ਖੇਡ ਰਹਿ ਚੁੱਕੇ ਨੇ ਪੰਜਾਬ ਸਰਕਾਰ ਦੇ, ਤੇ ਅਕਾਲੀ ਸਰਕਾਰ 'ਚ ਵੀ ਉਹ ਸੀਗੇ ਜੀ ਐਮਐਲਏ। ਤੇ ਜਦੋਂ ਸਰਕਾਰ ਬਦਲੀ, ਉਹਨਾਂ ਨੇ ਜਦੋਂ ਦੂਸਰੀ ਸਰਕਾਰ ਦੇ ਵਿੱਚ ਪਾਰਟੀ ਬਦਲ ਕੇ ਚੋਣ ਲੜੀ ਤੇ ਫਿਰ ਵੀ ਉੱਥੋਂ ਐਮਐਲਏ ਬਣੇ। ਜੀ ਹੁਣ ਸਾਰਿਆਂ ਨੂੰ ਲੱਗਦਾ ਸੀਗਾ ਕਿ ਉਹਨਾਂ ਨੂੰ ਹੀ ਖੇਡ ਮਿਨਿਸਟਰੀ ਜਿਹੜੀ ਆ ਉਹ ਮਿਲਣੀ ਆ, ਖੇਡ ਮੰਤਰੀ ਉਹ ਬਣੇ ਨੇ, ਨਾਲ ਦੀ ਨਾਲ ਉਹਨਾਂ ਨੂੰ ਐਜੂਕੇਸ਼ਨ ਤੇ ਹਾਇਰ ਐਜੂਕੇਸ਼ਨ, ਇਹ ਪਹਿਲੀ ਵਾਰ ਮੈਨੂੰ ਦੇਖਣ ਨੂੰ ਮਿਲਿਆ ਕਿ ਦੋਨੋਂ ਹੀ ਜਿਹੜੀਆਂ ਆ ਉਹ ਇੱਕੋ ਹੀ ਬੰਦੇ ਨੂੰ ਦਿੱਤੀਆਂ ਗਈਆਂ। ਇਹ ਬਹੁਤ ਚੰਗੀ ਗੱਲ ਆ। ਜੀ ਸਕੂਲ ਤੇ ਕਾਲਜਸ ਦੇ ਵਿੱਚ ਜਿਹੜਾ ਤਾਲਮੇਲ ਆ ਉਹ ਇੱਕ ਬੰਦੇ ਕੋਲ ਰਹੇਗਾ ਤੇ ਐਜੂਕੇਸ਼ਨ ਮਿਨਿਸਟਰੀ ਇੱਕ ਹੀ ਬੰਦੇ ਕੋਲ ਰਹੀ ਆ। ਬਿਲਕੁਲ। ਹਾਲਾਂਕਿ ਟੈਕਨੀਕਲ ਐਜੂਕੇਸ਼ਨ ਵਾਲਾ ਮਾਮਲਾ ਉਹਨਾਂ ਨੂੰ ਨਹੀਂ ਦਿੱਤਾ ਗਿਆ, ਉਹ ਕਿਸੇ ਹੋਰ ਬੰਦੇ ਦੇ ਹੱਥ ਆਇਆ। ਤੇ ਇਹਦੇ ਨਾਲ ਨਾਲ ਉਹਨਾਂ ਕੋਲ ਜਿਹੜਾ ਮਿਲਿਆ ਹੈਗਾ ਉਹ ਹੈਗਾ ਜੀ NRI ਵਿਭਾਗ। ਪੰਜਾਬ ਦੇ ਵਿੱਚ ਸਾਰੇ ਹੀ ਡਿਪਾਰਟਮੈਂਟ ਜਿਹੜੇ ਨੇ ਕਾਫੀ ਇੰਪੋਰਟੈਂਟ ਮੰਨੇ ਜਾਂਦੇ ਨੇ, ਖੇਡ, ਸਿੱਖਿਆ, ਉਚੇਰੀ ਸਿੱਖਿਆ ਤੇ NRI। ਜੀ ਬਹੁਤ ਇਮਾਨਦਾਰੀ ਨਾਲ ਆਪਣਾ ਕੰਮ ਕਰਨ ਲਈ ਜਾਣੇ ਜਾਂਦੇ ਨੇ, ਬਹੁਤ ਬੇਬਾਕੀ ਨਾਲ ਆਪਣੀ ਗੱਲ ਰੱਖਣ ਲਈ ਜਾਣੇ ਜਾਂਦੇ ਨੇ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੂੰ ਇਸ ਗੱਲ ਦਾ ਕ੍ਰੈਡਿਟ ਗਿਆ ਕਿ ਉਹਨਾਂ ਨੇ ਕੈਪਟਨ ਸਾਹਿਬ ਦੇ ਖਿਲਾਫ ਆਪਣੀ ਗੱਲ ਰੱਖੀ, ਪਰ ਪ੍ਰਗਟ ਸਿੰਘ ਨੇ ਬਹੁਤ ਪਹਿਲਾਂ ਇੱਕ ਚਿੱਠੀ ਜਿਹੜੀ ਆ ਬਹੁਤ ਵਿਸਤਾਰ ਨਾਲ ਲਿਖੀ ਸੀ, ਹਾਲਾਂਕਿ ਉਹਦਾ ਬਾਅਦ ਵਿੱਚ ਕੋਈ ਜ਼ਿਕਰ ਨਹੀਂ ਹੋਇਆ ਤੇ ਉਹਦੇ ਤੇ ਕੋਈ ਗੱਲਬਾਤ ਨਹੀਂ ਹੋ ਸਕੀ। ਜੇ ਅਸੀਂ ਸਿੱਖਿਆ ਵਿਭਾਗ ਦੀ ਗੱਲ ਕਰੀਏ ਤੇ ਉੱਥੇ ਜਿੰਨੀਆਂ ਸਮੱਸਿਆਵਾਂ ਨੇ, ਭਾਵੇਂ ਪੂਰੀ ਵਿਚਾਰ ਚਰਚਾ ਆਪਾਂ ਉਹਦੇ ਤੇ ਕੇਂਦਰਿਤ ਕਰ ਲਈਏ, ਬਿਲਕੁਲ ਸਭ ਤੋਂ ਜ਼ਿਆਦਾ ਨੌਕਰੀਆਂ ਦੀ ਜਿਹੜੀ ਸਮੱਸਿਆ ਆ, ਉਹਨਾਂ ਦੀਆਂ ਇਨਕਰੀਮੈਂਟਸ ਦੀ ਸਮੱਸਿਆ, ਉਹਨਾਂ ਨੂੰ ਸਹੀ ਪੇ ਗ੍ਰੇਡ ਦੀ ਸਮੱਸਿਆ, ਉਹਨਾਂ ਦੀਆਂ ਬਦਲੀਆਂ ਦੀ ਸਮੱਸਿਆ, ਸਕੂਲਾਂ ਦਾ ਇਨਫਰਾਸਟ੍ਰਕਚਰ ਦੀ ਸਮੱਸਿਆ ਜਿਹੜੀ ਆ ਉਹ ਉਹਨਾਂ ਦੇ ਹਿੱਸੇ ਆਈ ਆ। ਜੀ ਖੇਡ ਮੰਤਰੀ ਹੁਣ ਬਣਦਿਆਂ ਸਾਰੀ ਉਹਨਾਂ ਨਾਲ ਇੱਕ TV ਚੈਨਲ ਤੇ ਕਿਸੇ ਨਾਲ ਗੱਲ ਕਰ ਰਹੇ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਇੱਥੇ ਬਹੁਤ ਵੱਡੇ ਇਨਫਰਾਸਟ੍ਰਕਚਰ ਦੀ ਤੇ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਆ, ਪਰ ਜਿੰਨਾ ਕੁ ਸਮਾਂ ਆ, ਕਹਿੰਦੇ ਇਹ ਗੱਲ ਤਾਂ ਸਾਰਿਆਂ ਨੂੰ ਪਤਾ ਹੈ ਕਿ ਇੰਨੇ ਸਮੇਂ ਦੇ ਵਿੱਚ ਨਵੀਆਂ ਗਰਾਊਂਡਾਂ ਜਾਂ ਨਵੇਂ ਜਿਹੜੇ ਆ ਸਟੇਡੀਅਮ ਉਹ ਨਹੀਂ ਉਸਾਰੇ ਜਾ ਸਕਦੇ। ਫਿਰ ਵੀ ਉਹਨਾਂ ਨੇ ਕਿਹਾ ਕਿ ਫਿਰ ਵੀ ਵਾਲੀ ਗੱਲ ਤਾਂ ਇਹੀ ਆ ਕਿ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਚੰਗਾ ਕਰ ਸਕੀਏ ਤੇ ਅਗਲੇ ਆਉਣ ਵਾਲੇ ਸਮੇਂ ਨੂੰ ਜਿਹੜਾ ਆ ਉਹਨੂੰ ਮੁੱਖ ਰੱਖ ਕੇ ਕੋਈ ਨੀਤੀਆਂ ਜਿਹੜੀਆਂ ਉਹ ਘੜ ਸਕੀਏ। ਨਵਾਂ ਧਰਾਤਲ ਉਹਨਾਂ ਨੇ ਪਹਿਲਾਂ ਹੀ ਆਪਣਾ ਤਿਆਰ ਕਰ ਲਿਆ ਹੋਇਆ। ਬਿਲਕੁਲ। ਦੇਖੋ, ਅਸੀਂ ਜਾਣਦੇ ਹਾਂ ਉਹ ਜਿਹੜੇ 18 ਨੁਕਤੇ ਨੇ ਉਹਨਾਂ ਨੂੰ ਲੈ ਕੇ ਜਿਹੜਾ ਕੰਮ ਹੋਣਾ ਹੈ, ਉਹਦੇ 'ਚ ਜਿੱਥੇ ਕਿਤੇ ਲਾ ਐਂਡ ਆਰਡਰ ਦੀ ਗੱਲ ਆ, ਜਿੱਥੇ ਕਿਤੇ ਕੋਈ ਛੇਤੀ ਕੋਈ ਕਿੱਲ ਠੋਕੀ ਜਾ ਸਕਦੀ ਆ ਉਹ ਤੇ ਹੋ ਸਕਦੀ ਆ, ਜਿੱਥੇ ਕੋਈ ਨਵੀਂ ਬਿਲਡਿੰਗ ਬਣਾਉਣ ਦੀ ਗੱਲ ਆ ਉਹਨੂੰ ਫਿਰ ਇਹਨਾਂ 2-3 ਮਹੀਨਿਆਂ ਦੇ ਵਿੱਚ ਮਸਲੇ ਨੂੰ ਹੱਥ ਨਹੀਂ ਪਾਇਆ ਜਾ ਸਕਦਾ। ਬਿਲਕੁਲ। ਹੁਣ ਤੁਹਾਡਾ ਅਗਲਾ ਸਵਾਲ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ। ਰਾਜਾ ਅਮਰਿੰਦਰ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ, ਬੜਾ ਇਹਨਾਂ ਦੇ ਵਿੱਚ ਨਾਮ ਜਿਹੜੇ ਨੇ ਇੱਕੋ ਜਿਹੇ ਨੇ, ਪਿਆਰ ਵੀ ਬੜਾ ਸੀ ਕਹਿੰਦੇ। ਕਾਂਗਰਸ ਦੇ ਵਿੱਚ ਹੀ ਰਹਿੰਦਿਆਂ ਹੋਇਆਂ ਇਹ ਵੀ ਇੱਕ ਵੱਖਰੇ ਧੜੇ ਦੇ ਨਾਲ ਜੁੜੇ ਹੋਏ ਨੇ। ਹਾਲਾਂਕਿ ਬਹੁਤ ਵਾਰ ਰਾਜਾ ਅਮਰਿੰਦਰ ਸਿੰਘ ਤੇ ਰਾਜਾ ਵੜਿੰਗ ਇਕੱਠੇ ਵੀ ਰਹੇ ਨੇ, ਇਹਨਾਂ ਦੀ ਆਪਸ ਦੇ ਵਿੱਚ ਵੀ ਚੰਗੀ ਸਾਂਝ ਆ, ਪਰ ਮਨਪ੍ਰੀਤ ਬਾਦਲ ਦੇ ਨਾਲ ਇਹਨਾਂ ਦਾ ਜਿਹੜਾ ਅੰਕੜਾ ਆ ਉਹਦੇ 'ਚ ਗੜਬੜ ਜਿਹੜੀ ਆ ਉਹ ਕਾਫੀ ਲੰਬੇ ਸਮੇਂ ਤੋਂ ਦੇਖਣ ਨੂੰ ਮਿਲੀ ਆ, ਜਦੋਂ ਉੱਥੋਂ ਇਹਨਾਂ ਨੇ MP ਦੀ ਇਲੈਕਸ਼ਨ ਲੜੀ ਸੀ। ਜੀ। ਤੇ ਜੇਕਰ ਮੁੱਦਿਆਂ ਦੀ ਗੱਲ ਕਰੀਏ, ਫਿਰ ਦੁਬਾਰਾ ਇਸ ਕੈਬਨਿਟ ਦੇ ਵਿੱਚ ਕਿਹਨੂੰ ਕਿਹੜੀ ਕੁਰਸੀ ਮਿਲੀ ਆ ਤੇ ਉਹ 18 ਮੁੱਦੇ ਕਿੱਥੇ ਖੜੇ ਨੇ। ਪਿਛਲੀ ਸਰਕਾਰ ਦੇ ਉੱਤੇ ਜਿਹੜੇ ਸਭ ਤੋਂ ਵੱਡੇ ਇਲਜ਼ਾਮ ਲੱਗਦੇ ਸੀ, ਉਹਨਾਂ ਦੇ ਵਿੱਚ ਇੱਕ ਇਲਜ਼ਾਮ ਟਰਾਂਸਪੋਰਟ ਤੇ ਪਬਲਿਕ ਟਰਾਂਸਪੋਰਟ ਤੇ ਪ੍ਰਾਈਵੇਟ ਟਰਾਂਸਪੋਰਟ ਦਾ ਵੀ ਰੌਲਾ ਸੀ। ਬਿਲਕੁਲ। ਤੇ ਬਾਦਲ ਪਰਿਵਾਰ ਦੇ ਬਾਰੇ ਹੀ ਕਿਹਾ ਜਾਂਦਾ ਕਿ ਜਿਹੜੀ ਪ੍ਰਾਈਵੇਟ ਟਰਾਂਸਪੋਰਟੇਸ਼ਨ ਆ ਉਹਦੇ ਤੇ ਕਬਜ਼ਾ ਹੀ ਬਾਦਲ ਸਰਕਾਰ ਦਾ ਹੈ। ਬਿਲਕੁਲ। ਤੇ ਇਹਨਾਂ ਨੂੰ ਹੀ ਟਰਾਂਸਪੋਰਟ ਮਿਨਿਸਟਰੀ ਜਿਹੜੀ ਆ ਉਹ ਦਿੱਤੀ ਗਈ ਆ। ਜੀ। ਹੁਣ ਦੇਖਣਾ ਇਹ ਬਣੇਗਾ ਕਿ ਇਹ ਨਕੇਲ ਕੱਸ ਸਕਦੇ ਆ ਕਿ ਨਹੀਂ, ਉਸ ਮਸਲੇ ਨੂੰ ਹੱਥ ਪਾਉਂਦੇ ਨੇ ਤੇ ਕਿਵੇਂ ਉਹਨੂੰ ਹੱਲ ਕਰਦੇ ਨੇ। ਜੀ। ਪਰ ਜਦੋਂ ਅਸੀਂ ਇਸ ਸਟੂਡੀਓ ਤੋਂ ਬਾਹਰ ਇਹੋ ਜਿਹੀਆਂ ਗੱਲਾਂ ਦੀ ਚਰਚਾ ਕਰਦੇ ਹਾਂ ਤੇ ਗੱਲ ਸਾਹਮਣੇ ਇਹ ਆਉਂਦੀ ਆ, ਰੋਡਵੇਜ਼ ਦੀਆਂ ਜਿਹੜੀਆਂ ਸਰਕਾਰੀ ਯੂਨੀਅਨਸ ਨੇ, ਕੁਝ ਸਰਕਾਰੀ ਮੁਲਾਜ਼ਮਾਂ ਦੀਆਂ, ਉਹਨਾਂ ਨੇ ਚੰਨੀ ਸਾਹਿਬ ਨਾਲ ਬੀਤੇ ਦਿਨੀ ਇੱਕ ਮੁਲਾਕਾਤ ਵੀ ਕੀਤੀ ਤੇ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਸਭ ਤੋਂ ਸੌਖੇ ਸੁਲਝਾਇਆ ਜਾਣ ਵਾਲਾ ਜਿਹੜਾ ਮੁੱਦਾ ਆ ਉਹ ਟਰਾਂਸਪੋਰਟ ਡਿਪਾਰਟਮੈਂਟ ਕੋਲ ਆ। ਇੱਕ ਤਾਂ ਇਹਨਾਂ ਦੇ ਮੁਲਾਜ਼ਮਾਂ ਦੀਆਂ ਜਿਹੜੀਆਂ ਕੁਝ ਮੰਗਾਂ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ, ਤੇ ਦੂਸਰਾ ਪਹਿਲ ਦੇ ਆਧਾਰ ਤੇ ਸਾਰੀਆਂ ਹੀ ਪੰਜਾਬ ਦੀਆਂ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਆ ਉਹਨਾਂ ਦੀ ਜਾਂਚ ਕਰ ਲਈ ਜਾਵੇ। ਦੇਖੋ, ਇਹ ਜਾਂਚ ਕਰਨ ਦੀ ਲੋੜ ਨਹੀਂ ਹੈਗੀ। ਬਿਲਕੁਲ। ਇਹ ਤਾਂ ਸਿਰਫ ਔਰ ਸਿਰਫ ਅਫਸਰਸ਼ਾਹੀ ਨੂੰ ਸਿੱਧੇ ਹੋ ਕੇ ਬੈਠਣ ਦੀ ਲੋੜ ਆ। ਜੀ। ਡਿਪਾਰਟਮੈਂਟ ਆਫ ਟਰਾਂਸਪੋਰਟ ਦੇ ਕੋਲ ਸਾਰੀ ਜਾਣਕਾਰੀ ਆ ਵੀ ਕਿੰਨੀਆਂ ਬੱਸਾਂ ਚੱਲਦੀਆਂ, ਕਿਹਦੇ ਕੋਲ ਪਰਮਿਟ ਆ, ਕਿੱਥੋਂ ਕਿੱਥੇ ਤੱਕ ਪਰਮਿਟ ਆ, ਕਿਹਨੇ ਟੈਕਸ ਪੇ ਕੀਤਾ ਆ, ਕਿਹਨੇ ਨਹੀਂ ਕੀਤਾ, ਸਾਰੇ ਹੀ ਜਾਣਦੇ ਆ ਅਸੀਂ ਕਿ ਕਿੰਨੇ ਕੁ ਪਰਮਿਟ ਨੇ ਤੇ ਕਿੰਨੀਆਂ ਕੁ ਬੱਸਾਂ ਚੱਲਦੀਆਂ। ਬਿਲਕੁਲ। ਪਰ ਦੂਸਰੀ ਗੱਲ ਇਹ ਵੀ ਆ ਹਰਪ੍ਰੀਤ ਜੀ, ਗੱਲ ਇਹ ਵੀ ਆ ਕਿ ਬੱਸਾਂ ਸਿਰਫ ਔਰ ਸਿਰਫ ਬਾਦਲ ਪਰਿਵਾਰ ਕੋਲ ਨਹੀਂ ਹੈਗੀਆਂ, ਬਹੁਤ ਸਾਰੇ ਕਾਂਗਰਸੀ ਪਰਿਵਾਰ ਵੀ ਨੇ ਜਿਨ੍ਹਾਂ ਕੋਲ ਬਹੁਤ ਸਾਰੀ ਵੱਡੀਆਂ ਟਰਾਂਸਪੋਰਟ ਚੱਲਦੀਆਂ। ਬਿਲਕੁਲ। ਸੋ ਹੁਣ ਇਹਨਾਂ ਚੀਜ਼ਾਂ ਨੂੰ ਜੇਕਰ ਉਹ ਇਮਾਨਦਾਰੀ ਨਾਲ ਨੱਥ ਪਾਉਂਦੇ ਨੇ, ਬਹੁਤ ਨੌਜਵਾਨ ਨੇ, ਦੂਜੀ ਵਾਰ ਦੇ MLA ਨੇ, ਜੇਕਰ ਉਹ ਇਸ ਮਸਲੇ ਨੂੰ ਹੱਲ ਕਰਦੇ ਨੇ ਤੇ ਪੰਜਾਬ ਦੇ ਖਜ਼ਾਨੇ ਨੂੰ ਵੀ ਭਰਨਗੇ, ਪੰਜਾਬ ਦੀ ਪਬਲਿਕ ਟਰਾਂਸਪੋਰਟ ਪਾਲਿਸੀ ਨੂੰ ਵੀ ਸੁਧਾਰਨਗੇ ਤੇ ਆਪਣੇ ਅਕਸ ਨੂੰ ਵੀ ਉਹ ਸੋਹਣੇ ਤਰੀਕੇ ਨਾਲ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਹਾਲਾਂਕਿ ਉਹਨਾਂ ਨੂੰ ਕਦੀ ਇਹੋ ਜਿਹੀ ਕੋਈ ਜ਼ਿੰਮੇਵਾਰੀ ਮਿਲੀ ਨਹੀਂ, ਪਹਿਲੀ ਵਾਰ ਮੰਤਰੀ ਬਣੇ ਨੇ। ਜਿਹੜਾ ਸਮੇਂ ਦੀ ਰੌਲਾ ਆ ਕਿ ਸਮਾਂ ਬਹੁਤ ਥੋੜਾ ਆ, ਇਹਨਾਂ ਕੋਲ ਬਹੁਤ ਸਮਾਂ ਆ। ਇਹਨਾਂ ਨੂੰ 2 ਮੀਟਿੰਗਾਂ ਕਰਨੀਆਂ ਟਰਾਂਸਪੋਰਟ ਸੈਕਟਰੀ ਨਾਲ, ਇਹਨਾਂ ਕੋਲ ਡਿਟੇਲ ਆ ਜਾਣੀ ਆ
ਸੰਬੰਧਿਤ ਜ਼ਿਲ੍ਹਿਆਂ ਦੇ ਅਫਸਰਾਂ ਨੂੰ ਅਧਿਕਾਰ ਦੇਣੇ ਆ ਕਿ ਉਹ ਜਿਹੜੀਆਂ ਬੱਸਾਂ ਆ ਜਾਂ ਤੇ ਉਹਨਾਂ ਦੀ ਪਰਮਿਟ ਰੀਨਿਊ ਕਰ ਦਿਓ, ਫੀਸਾਂ ਆਪਣੀਆਂ ਪੇ ਕਰ ਦੇਣ, ਤੇ ਨਾਲ ਦੀ ਨਾਲ ਜਿਹੜੀਆਂ ਆ ਥੋੜੇ ਜਿਹੇ ਬਜਟ ਦੇ ਨਾਲ ਹੀ ਆਪਣੇ ਜਿਹੜੇ ਬੱਸ ਸਟੈਂਡ ਨੇ ਸਰਕਾਰ ਦੇ ਉਹਨਾਂ ਨੂੰ ਸੁਧਾਰਿਆ ਜਾ ਸਕਦਾ, ਤੇ ਨਾਲ ਦੀ ਨਾਲ ਜਿਹੜੀਆਂ ਨਵੀਆਂ ਬੱਸਾਂ ਆ ਉਹ ਵੀ ਇੰਨੇ ਕੁ ਸਮੇਂ ਦੇ ਵਿੱਚ ਚਲਾਈਆਂ ਜਾ ਸਕਦੀਆਂ। ਬਹੁਤ ਸੌਖਿਆਂ ਕੀਤੇ ਜਾਣ ਵਾਲਾ ਕੰਮ ਮਿਲਿਆ ਇਹਨਾਂ ਨੂੰ, ਪਰ ਉਹਦੇ ਵਿੱਚ ਫਿਰ ਇਹਨਾਂ ਨੂੰ ਲੋੜ ਜਿਹੜੀ ਆ ਉਹ ਸਿਰਫ ਖੁਦਮੁਖਤਿਆਰੀ ਦੀ, ਨੀਅਤ ਦੀ, ਨੀਤੀ ਦੀ ਤੇ ਇਮਾਨਦਾਰੀ ਦੀ ਆ। ਇਹ ਕੰਮ ਸਭ ਤੋਂ ਪ੍ਰਾਇੋਰਟੀ ਤੇ ਕਰ ਸਕਦੇ ਜੀ ਸ਼ਰਮਾ ਜੀ, ਬਿਲਕੁਲ। ਇਹ ਤਾਂ ਹੁਣ ਦੇਖਣਾ ਹੋਏਗਾ ਕਿ ਜਿਹੜੀ ਇਹਨਾਂ ਨੂੰ ਸਾਰਿਆਂ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਮਿਲੀ ਹੈ, ਉਹ ਆਪਣੀ ਜ਼ਿੰਮੇਵਾਰੀ ਕਿੰਨੀ ਕੁ ਤਨਦੇਹੀ ਨਾਲ, ਕਿੰਨੀ ਕੁ ਸ਼ਿੱਦਤ ਦੇ ਨਾਲ ਨਿਭਾਉਂਦੇ ਨੇ। ਪਰ ਅਸੀਂ ਇਹ ਚਰਚਾ ਹਜੇ ਅੱਗੇ ਵੀ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਆਪਣੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜੀ ਸ਼ਰਮਾ ਜੀ, ਇਹ ਤਾਂ ਸੀ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਅਧਿਕਾਰੀਆਂ ਨੂੰ, ਉਹਨਾਂ ਮੰਤਰੀਆਂ ਨੂੰ ਦਿੱਤੇ ਗਏ ਉਹਨਾਂ ਦੇ ਅਹੁਦੇ। ਪਰ ਜੇ ਅਸੀਂ ਗੱਲ ਕਰੀਏ ਤਾਂ ਇਹ ਅਹੁਦੇ ਤਾਂ ਉਹਨਾਂ ਨੂੰ ਤਾਂ ਹੀ ਮਿਲੇ ਨੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੁਰਸੀ ਛੱਡੀ। ਉਸ ਤੋਂ ਬਾਅਦ ਨਵੇਂ ਮੰਤਰੀ ਮੰਡਲ ਦਾ ਵਿਸਥਾਰ ਹੋਇਆ ਤੇ ਉਹਨਾਂ ਨੂੰ ਅਹੁਦੇ ਦਿੱਤੇ ਗਏ। ਪਰ ਕੈਪਟਨ ਅਮਰਿੰਦਰ ਸਿੰਘ ਚੁੱਪ ਕਰਕੇ ਨਹੀਂ ਬੈਠੇ। ਹੁਣ ਤਾਂ ਉਹ ਤਾਜ਼ਾ ਖਬਰ ਆ ਰਹੀ ਹੈ ਕਿ ਅਮਿਤ ਸ਼ਾਹ ਨੂੰ ਮਿਲਣ ਉਹ ਦਿੱਲੀ ਲਈ ਰਵਾਨਾ ਹੋ ਚੁੱਕੇ ਨੇ। ਜੀ ਬਿਲਕੁਲ ਚੁੱਪ ਕਰਕੇ ਨਹੀਂ ਬੈਠੇ। ਉਹ ਬੀਤੇ ਦਿਨੀ ਗਾਣੇ ਗੁਣੇ ਗਾਉਂਦੇ ਦੇਖੇ ਗਏ, ਕਾਫੀ ਖੁਸ਼ ਨਜ਼ਰ ਆਏ। ਬਿਲਕੁਲ ਖੁਸ਼ ਸੀ। ਉਹ ਕਹਿਣਾ ਚਾਹੁੰਦੇ ਸੀ ਕਿ ਮੈਨੂੰ ਇਹਨਾਂ ਚੀਜ਼ਾਂ ਨਾਲ ਬਹੁਤਾ ਫਰਕ ਨਹੀਂ ਪੈਂਦਾ। ਜਦੋਂ ਤੱਕ ਤੁਸੀਂ ਕੈਬਨਿਟ ਵਿਸਤਾਰ ਦੀ ਗੱਲ ਕੀਤੀ ਜਾਂ ਉਹਨਾਂ ਨੂੰ ਮਿਲੇ ਹੋਏ ਵਿਭਾਗਾਂ ਦੀ, ਮਿਲੇ ਹੋਏ ਮਹਿਕਮਿਆਂ ਦੀ ਅਸੀਂ ਗੱਲ ਕੀਤੀ, ਆਪਾਂ ਸਾਰਿਆਂ ਦੀ ਡਿਟੇਲ 'ਚ ਨਹੀਂ ਗਏ। ਸਾਨੂੰ ਲੱਗਦਾ ਸੀਗਾ ਕਿ ਜਿਹੜੇ ਬਹੁਤ ਛੇਤੀ ਪ੍ਰਭਾਵ ਪਾਉਣ ਵਾਲੇ ਮਿਨਿਸਟਰੀਆਂ ਨੇ, ਚਾਹੇ ਡਰੱਗਸ ਦੀਆਂ ਨੇ, ਚਾਹੇ ਮਾਈਨਿੰਗਸ ਦੀਆਂ ਨੇ, ਚਾਹੇ ਟਰਾਂਸਪੋਰਟ ਦੀਆਂ ਨੇ, ਚਾਹੇ ਨਵੀਆਂ ਮਿਲਣ ਵਾਲੀਆਂ ਨੌਕਰੀਆਂ ਦੀਆਂ ਨੇ, ਉਹਨਾਂ ਦੇ ਉੱਤੇ ਕਿਵੇਂ ਦਾ ਅਸਰ ਹੋਵੇਗਾ ਨਵੀਂ ਕੈਬਨਿਟ ਦਾ। ਤੇ ਕੁੱਲ ਮਿਲਾ ਕੇ ਪਿਛਲੇ 4.5 ਸਾਲ ਦੀ ਨਾਕਾਮਯਾਬੀ ਨੂੰ ਦੂਰ ਕਰਨ ਲਈ ਆਉਣ ਵਾਲੇ 3 ਕੁ ਮਹੀਨਿਆਂ ਦੇ ਵਿੱਚ ਉਹ ਕਿੰਨਾ ਕੁ ਉਹ ਕੰਮ ਕਰ ਸਕਣਗੇ। ਪਰ ਕੱਲ ਦੀ ਜਦੋਂ ਅਸੀਂ ਗੱਲ ਕਰੀਏ, ਕੱਲ ਜਿਹੜੀ ਕੈਬਨਿਟ ਦੀ ਇੱਕ ਮੀਟਿੰਗ ਸੀ, ਉਹਦੇ 'ਚ ਚੰਨੀ ਸਾਹਿਬ ਨੇ ਸੈਕਟਰੀਜ਼ ਜਿਹੜੇ ਸਾਰਿਆਂ ਨੂੰ ਵਿਭਾਗਾਂ ਦੇ ਸਕੱਤਰਾਂ ਨੂੰ ਮਿਲੇ ਤੇ ਉਹਨਾਂ ਨੂੰ ਕਿਹਾ ਕਿ 100 ਦਿਨ ਦਾ ਰੋਡ ਮੈਪ ਦਿਓ। ਇਹ ਗੱਲ ਕੋਈ ਬਹੁਤੀ ਵਧੀਆ ਨਹੀਂ ਲੱਗੀ। 100 ਦਿਨ ਦਾ ਰੋਡ ਮੈਪ ਤਾਂ ਉਦੋਂ ਸਰਕਾਰ ਲੈਂਦੀ ਜਦੋਂ 5 ਸਾਲੀ ਸਰਕਾਰ ਬਣੀ ਹੋਵੇ। 100 ਤੇ ਕੁੱਲ ਦਿਨ ਆ ਤੁਹਾਡੇ ਕੋਲ, ਤੁਸੀਂ 100 ਦਿਨ ਦਾ ਰੋਡ ਮੈਪ ਡਿਪਾਰਟਮੈਂਟ ਦੇ ਅਫਸਰਾਂ ਕੋਲੋਂ ਮੰਗਦੇ ਹੋ। ਜੇ ਉਹਨਾਂ ਨੇ 100 ਦਿਨ ਦਾ ਰੋਡ ਮੈਪ ਦੇਣਾ ਹੁੰਦਾ ਤਾਂ ਪਿਛਲੇ 4.5 ਸਾਲ ਖਰਾਬ ਕਿਉਂ ਜਾਂਦੇ? ਤੁਹਾਨੂੰ ਚਾਹੀਦਾ ਸੀ ਉਹਨਾਂ ਨੂੰ ਇਹ ਕਹਿੰਦੇ ਕਿ ਹਫ਼ਤੇ ਦੇ ਵਿੱਚ ਆ ਚੀਜ਼ਾਂ ਦੇ ਉੱਤੇ ਕੰਮ ਕਰੋ। ਮਿਨਿਸਟਰੀਆਂ ਕੱਲ ਵੰਡਾਂਗੇ, ਬਾਅਦ 'ਚ ਤੁਹਾਨੂੰ ਪਹਿਲਾਂ ਦੱਸ ਦਿੱਤਾ ਵੀ ਹਫ਼ਤੇ ਅਗਲੀ ਮੀਟਿੰਗ ਤੋਂ ਪਹਿਲਾਂ ਤੁਸੀਂ 1 ਹਫ਼ਤੇ ਜਾਂ 10 ਦਿਨ ਦਾ ਜਿਹੜਾ ਆ ਪਲੈਨਿੰਗ ਆਪਣੇ ਵੱਲੋਂ ਲੈ ਕੇ ਆਓ। 10 ਦਿਨ ਦੀ ਅਸੀਂ ਲਿਆਵਾਂਗੇ, ਅਗਲੀ ਮੀਟਿੰਗ 'ਚ ਤੁਹਾਨੂੰ ਦਿਆਂਗੇ ਕੰਮ, ਤੇ 100 ਦਿਨ 'ਚ ਅਸੀਂ ਇੰਨੇ ਕੰਮ ਕਰਨੇ ਨੇ। ਇਹ ਰੋਡ ਮੈਪ ਜਿਹੜਾ ਆ, ਇਹ ਸਰਕਾਰ ਦੇ ਜਿਹੜੇ ਚਿਹਰੇ ਬਦਲੇ ਨੇ, ਇਹਨਾਂ ਨੂੰ ਬਣਾ ਕੇ ਦੇਣਾ ਪੈਣਾ। ਅਫਸਰਸ਼ਾਹੀ ਤੇ ਸਾਰਾ ਨਹੀਂ ਛੱਡਿਆ ਜਾ ਸਕਦਾ। ਮੈਂ ਬਿਲਕੁਲ ਨਹੀਂ ਕਹਿੰਦਾ ਕਿ ਅਫਸਰ ਕੰਮ ਨਹੀਂ ਕਰਦੇ, ਪਰ ਜੇ ਉਹਨਾਂ ਨੇ ਆਪਣੇ ਆਪ ਕਰਨਾ ਹੁੰਦਾ ਤੇ ਫਿਰ ਇਹਨਾਂ ਦੀ ਲੋੜ ਕੀ ਸੀ? ਜੇਕਰ ਆਨਲਾਈਨ ਹੀ ਪੜ੍ਹਾਈ ਹੋ ਸਕਦੀ ਹੁੰਦੀ ਤੇ ਫਿਰ ਮੋਬਾਈਲ ਫੋਨ ਤੇ ਬੱਚਿਆਂ ਕੋਲ ਪਹਿਲਾਂ ਵੀ ਸੀ, ਫਿਰ ਸਕੂਲ ਜਾਣ ਦੀ ਜ਼ਰੂਰਤ ਨਹੀਂ ਸੀ ਪੈਣੀ, ਫਿਰ ਕੈਪਟਨ ਨੂੰ ਵੀ ਦਿੱਲੀ ਜਾਣ ਦੀ ਲੋੜ ਨਾ ਪੈਂਦੀ। ਜੀ ਤੁਸੀਂ ਗੱਲ ਕੀਤੀ ਆ ਕੈਪਟਨ ਅਮਰਿੰਦਰ ਸਿੰਘ ਦੀ, ਉਹ ਬਿਲਕੁਲ ਖਬਰ ਕਾਫੀ ਦਿਨਾਂ ਤੋਂ ਚੱਲ ਰਹੀ ਆ। ਜਿਸ ਦਿਨ ਉਹਨਾਂ ਨੇ ਅਹੁਦਾ ਛੱਡਿਆ ਸੀ ਉਸੇ ਦਿਨ ਉਹਨਾਂ ਨੇ ਕਿਹਾ ਸੀਗਾ ਮੇਰੇ ਕੋਲ ਬਹੁਤ ਬਦਲ ਨੇ, ਤੇ ਜਦੋਂ ਅਸੀਂ ਉਹਨਾਂ ਬਹੁਤ ਬਦਲਾਂ ਦੀ ਗੱਲ ਕਰਦੇ ਸੀ ਤੇ ਸਾਡੇ ਸਾਹਮਣੇ ਕੁੱਲ ਮਿਲਾ ਕੇ ਇੱਕ ਹੀ ਬਦਲ ਬਚਦਾ ਸੀ। ਲਾਲੂ ਪ੍ਰਸਾਦ ਯਾਦਵ ਨਾਲ ਤਾਂ ਰਲ ਨਹੀਂ ਸਕਦੇ, ਮਮਤਾ ਬੈਨਰਜੀ ਨਾਲ ਰਲ ਨਹੀਂ ਸਕਦੇ, ਸ਼ਰਦ ਯਾਦਵ ਉਹਨਾਂ ਦੀ ਗੱਲ ਨਹੀਂ ਸੁਣੂਗਾ, ਫਾਰੂਕ ਅਬਦੁੱਲਾ ਕੋਲ ਨਹੀਂ ਜਾ ਸਕਦੇ, ਤੇ ਬਦਲ ਜਿਹੜਾ ਅਸੀਂ ਕੁੱਲ ਮਿਲਾ ਕੇ ਹੁਣ ਤਾਮਿਲਨਾਡੂ 'ਚ ਤਾਂ ਕਰਨਾ ਨਹੀਂ, ਨਾ ਕੇਰਲਾ ਵਾਲੇ ਕਮਿਊਨਿਸਟਾਂ ਨਾਲ ਬਣਨੀ ਆ। ਤਾਂ ਗੱਲ ਤੋਂ ਜਿਹੜੀ ਆ 2 ਪਾਰਟੀਆਂ ਨੇ, ਕਾਂਗਰਸ ਉਹਨਾਂ ਨੇ ਛੱਡਤੀ ਆ, ਅਕਾਲੀ ਦਲ ਨਾਲ ਹੁਣ ਪੰਜਾਬ 'ਚ ਰਲਣੋਂ ਰਹੇ। ਢੀਂਡਸੇ ਵਾਲੀ ਪਾਰਟੀ 'ਚ ਤਾਂ ਜਾ ਕੇ ਟਿਕਟ ਮਿਲਣੀ ਨਹੀਂ ਜੀ, ਤੇ ਜਾਣਾ ਉਹਨਾਂ ਨੇ ਬੀਜੇਪੀ ਕੋਲ ਹੀ ਸੀ ਜੇਕਰ ਉਹਨਾਂ ਨੇ ਆਪਣੀ ਰਾਜਨੀਤੀ ਹਾਲੇ ਜਾਰੀ ਰੱਖਣੀ ਹੈ। 1-2 ਗੱਲਾਂ ਤੇ ਇਹ ਸੀ, ਸਹੀ ਮੈਨੇ ਦੇ ਵਿੱਚ ਤਾਂ ਰਿਟਾਇਰਮੈਂਟ ਨੂੰ ਅਸੈਪਟ ਕਰ ਲੈਣਾ ਚਾਹੀਦਾ ਸੀ, 80 ਸਾਲ ਦੀ ਉਮਰ ਹੋ ਗਈ ਆ, ਪਰ ਇਦਾਂ ਹੁੰਦਾ ਨਹੀਂ। ਸੋ ਹੁਣ ਜਿਹੜੀ ਤੁਸੀਂ ਖਬਰ ਦੱਸਦੇ ਆ ਇਹ ਆਉਂਦੀ ਆ ਕਿ ਦਿੱਲੀ ਨੂੰ ਜਾ ਰਹੇ ਨੇ ਤੇ ਅਮਿਤ ਸ਼ਾਹ ਨਾਲ ਮੀਟਿੰਗ ਹੋਣ ਦੇ ਜਿਹੜੇ ਚਾਂਸ ਨੇ। ਜੇ ਅਸੀਂ ਗੱਲ ਕਰੀਏ ਤੇ ਕੱਲ ਦੇ ਬੰਦ ਤੋਂ ਬਾਅਦ ਜਾਂ ਕੱਲ ਦੇ ਬੰਦ ਤੋਂ ਪਹਿਲਾਂ ਹੀ, ਕਿਉਂਕਿ ਸਰਕਾਰ ਜਿਹੜੀ ਮੋਦੀ ਦੀ ਸਰਕਾਰ ਆ, ਕੇਂਦਰ ਦੀ ਸਰਕਾਰ ਆ, ਉਹ ਇਹ ਗੱਲ ਸਮਝਦੀ ਆ ਕਿ ਸਮਾਂ ਹੁਣ ਥੋੜਾ ਰਹਿ ਗਿਆ ਤੇ ਕਿਸਾਨ ਅੰਦੋਲਨ ਨੂੰ ਹੱਲ ਕਰਨਾ ਪੈਣਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੈਪਟਨ ਦਾ ਜਿਹੜਾ ਦਿੱਲੀ ਦੌਰਾ ਆ ਉਹਨੂੰ ਬੜੇ ਘੋਖ ਨਾਲ ਦੇਖਿਆ ਜਾ ਰਿਹਾ। ਅਮਿਤ ਸ਼ਾਹ ਨਾਲ ਮਿਲਣਗੇ, ਕੀ ਉਹਦੀ ਗੱਲਬਾਤ ਹੁੰਦੀ ਆ ਕੀ ਨਹੀਂ, ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਆਰਾਮ ਨਾਲ ਤਾਂ ਨਹੀਂ ਬੈਠਣਗੇ, ਇਹ ਗੱਲ ਤੇ ਪੱਕੀ ਹੈ। ਬਿਲਕੁਲ, ਉਹ ਕਹਿੰਦੇ ਅਭੀ ਤੋਂ ਮੈਂ ਜਵਾਨ ਹੂੰ। ਬਿਲਕੁਲ ਆਪਾਂ ਤੁਸੀਂ ਗੱਲ ਕੀਤੀ ਹੈ ਕਿ ਕੱਲ ਦੇ ਬੰਦ ਨੂੰ ਜੇ ਅਸੀਂ ਕਹੀਏ ਤਾਂ ਇੱਕ ਭਰਵਾਂ ਹੁੰਗਾਰਾ ਮਿਲਿਆ ਲਗਭਗ ਹਰੇਕ, ਜੇ ਅਸੀਂ ਕਹੀਏ ਹਰੇਕ ਸ਼ਹਿਰ ਦੀ ਗੱਲ ਕਰੀਏ ਤੇ ਹਰੇਕ ਸਟੇਟ ਦੀ ਗੱਲ ਕਰੀਏ ਤਾਂ ਉੱਥੋਂ ਸਾਰੇ ਆਮ ਲੋਕ ਵੀ ਉਹਨਾਂ ਨਾਲ ਰਲੇ ਨਜ਼ਰ ਆਏ ਨੇ, ਕਿਸਾਨਾਂ ਦੇ ਨਾਲ। ਤੇ
ਸਭ ਨੇ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ, ਸ਼ਾਂਤਮਈ ਜਿਹੜਾ ਪ੍ਰਦਰਸ਼ਨ ਸੀ। ਪਰ ਜੇ ਅਸੀਂ ਗੱਲ ਕਰੀਏ ਕਿ ਜਿਹੜੀ ਸ਼੍ਰੋਮਣੀ ਕਮੇਟੀ ਬਾਰੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰਾਂ ਬਾਰੇ ਖਬਰ ਸਾਹਮਣੇ ਆਈ ਹੈ ਕਿ ਉਹ ਖੁੱਲੇ ਰਹੇ, ਹਾਲਾਂਕਿ ਅਕਾਲੀ ਦਲ ਇਹ ਕਹਿੰਦਾ ਹੈ ਕਿ ਅਸੀਂ ਸਮਰਥਨ ਕਰਦੇ ਹਾਂ ਜੀ, ਕੀ ਕਹਿਣਾ ਚਾਹੋਗੇ? ਦੇਖੋ, ਬੜੀਆਂ ਕਈ ਵਾਰ ਜਿਹੜੀ ਗੱਲ ਹੁੰਦੀ ਹੈ ਨਾ, ਕੋਈ ਬਿਆਨ ਹੁੰਦਾ ਜਾਂ ਕੋਈ ਇਹੋ ਜਿਹੀ ਘਟਨਾ ਜਿਹੜੀ ਤੁਸੀਂ ਗੱਲ ਕੀਤਾ, ਹਾਲਾਂਕਿ ਬਹੁਤ ਛੋਟੀ ਗੱਲ ਆ, ਪਰ ਉਹਦੇ 'ਚ ਕੁਝ ਨਾ ਕੁਝ ਲੁਕਿਆ ਹੁੰਦਾ। ਬਿਲਕੁਲ। ਤੁਹਾਨੂੰ ਯਾਦ ਹੋਣਾ, ਇੱਕ ਕੇਸ ਭੁਗਤਣ ਲਈ ਸੁਖਬੀਰ ਸਿੰਘ ਬਾਦਲ ਹੁਸ਼ਿਆਰਪੁਰ ਆਏ ਜੀ, ਤੇ ਉਸੇ ਦਿਨ ਹੀ ਦਿੱਲੀ ਦੇ ਵਿੱਚ ਇੱਕ ਬੰਦ ਦਾ ਰੌਲਾ ਸੀ, ਤੇ ਇਧਰੋਂ ਇਹਨਾਂ ਨੇ ਕਿਹਾ ਕਿ ਮੈਨੂੰ ਤੇ ਚੜੂਨੀ ਸਾਹਿਬ ਦਾ ਫੋਨ ਆਇਆ ਸੀ ਕਿ ਲੰਗਰ ਦਾ ਪ੍ਰਬੰਧ ਕਰੋ ਜੀ। ਦੂਸਰੇ ਦਿਨ ਜਾਂ ਉਸੇ ਦਿਨ ਹੀ ਥੋੜੀ ਦੇਰ ਬਾਅਦ ਗੁਰਨਾਮ ਸਿੰਘ ਚੜੂਨੀ ਨੇ ਖੰਡਨ ਕਰਤਾ ਕਿ ਮੇਰਾ ਨਾਂ ਤੇ ਉਹਨਾਂ ਨਾਲ ਜਾਣ ਪਛਾਣਿਆ, ਨਾ ਮੇਰੀ ਕੋਈ ਐਡੀ ਲੋੜ ਸੀ ਕਿ ਮੈਂ ਉਹਨਾਂ ਨੂੰ ਲੰਗਰ ਲਈ ਫੋਨ ਕਰਾਂ। ਬਿਲਕੁਲ। ਤੇ ਬਾਅਦ ਵਿੱਚ ਇਹਨਾਂ ਨੇ ਵੀ ਉਹਦਾ ਕੋਈ ਖੰਡਨ ਨਹੀਂ ਕੀਤਾ ਕਿ ਮੈਨੂੰ ਫੋਨ ਆਇਆ ਸੀ ਜਾਂ ਨਹੀਂ ਆਇਆ ਸੀ, ਜਾਂ ਮੈਂ ਕੋਈ ਗੱਪ ਮਾਰੀ ਸੀ, ਜਾਂ ਮੈਂ ਕੋਈ ਹਵਾ 'ਚ ਗੱਲ ਛੱਡੀ ਸੀ। ਪਰ ਹੁਣ ਜੇਕਰ ਅਸੀਂ ਉਸੇ ਗੱਲ ਨੂੰ ਦੁਬਾਰਾ ਘੋਖੀਏ, ਹੁਸ਼ਿਆਰਪੁਰ ਜਿਹੜਾ ਕੇਸ ਉਹਨਾਂ ਦਾ ਚੱਲਦਾ, ਉਹ ਇਸ ਗੱਲ ਦਾ ਕੇਸ ਸੀ ਕਿ ਸ਼੍ਰੋਮਣੀ ਅਕਾਲੀ ਦਲ ਕੋਲ 2 ਸੰਵਿਧਾਨ ਨੇ। ਬਿਲਕੁਲ। ਜਦੋਂ SGPC ਦੀਆਂ ਚੋਣਾਂ ਲੜਦੇ ਨੇ ਤਾਂ ਉਦੋਂ ਕੁਝ ਹੋਰ ਸੰਵਿਧਾਨ ਪੇਸ਼ ਕਰਦੇ ਨੇ, ਤੇ ਜਦੋਂ ਗਵਰਨਮੈਂਟ ਆਫ ਇੰਡੀਆ ਦੀਆਂ ਇਲੈਕਸ਼ਨ ਦੇ ਲੜਦੇ ਨੇ ਪੰਜਾਬ ਸਰਕਾਰ ਲਈ ਜਾਂ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਲਈ MP ਵਜੋਂ, ਉਦੋਂ ਕੁਝ ਹੋਰ ਸੰਵਿਧਾਨ ਦੱਸਦੇ ਨੇ। ਬਿਲਕੁਲ। ਇੱਕ ਸੰਵਿਧਾਨ 'ਚ ਕਹਿੰਦੇ ਨੇ ਕਿ ਅਸੀਂ ਧਾਰਮਿਕ ਪਾਰਟੀਆਂ, ਦੂਜੇ ਸੰਵਿਧਾਨ 'ਚ ਕਹਿੰਦੇ ਨੇ ਕਿ ਅਸੀਂ ਸੈਕੂਲਰ ਪਾਰਟੀ। ਬਿਲਕੁਲ। ਸੋ ਉਸ ਕੇਸ ਦੇ ਵਿੱਚ ਆ ਕੇ ਪੇਸ਼ ਹੋ ਕੇ ਬਾਹਰ ਨਿਕਲਦੇ ਸਾਰੀ ਉਹ ਧਾਰਮਿਕ ਕਮੇਟੀ ਵੱਲੋਂ ਲੰਗਰ ਪਹੁੰਚਾਉਣ ਦੀ ਗੱਲ ਕਰਦੇ ਨੇ ਜੀ। ਸੋ ਉਹ ਅਸਲ ਦੇ ਵਿੱਚ ਇਹ ਕਹਿੰਦੇ ਆ ਕਿ ਸਾਨੂੰ ਇਹਨਾਂ ਕੇਸਾਂ ਕੂਸਾਂ ਨਾਲ ਕੋਈ ਫਰਕ ਨਹੀਂ ਪੈਂਦਾ, ਅਸੀਂ ਦੋਹਰੇ ਆ ਤੇ ਦੋਹਰੇ ਹੀ ਰਵਾਂਗੇ। ਬਿਲਕੁਲ। ਠੀਕ ਹੈ ਜੀ। ਇਸੇ ਤਰੀਕੇ ਨਾਲ ਜਿਹੜੀ ਕੱਲ ਦੀ ਘਟਨਾ ਆ, ਤੁਸੀਂ ਜਿਹੜੀ ਜਿਸ ਗੱਲ ਦਾ ਜ਼ਿਕਰ ਕੀਤਾ, ਬੰਦ ਦੀ ਗੱਲ ਅਸੀਂ ਬਾਅਦ ਚ ਕਰਦੇ ਹਾਂ, ਸਿਰਫ ਸ਼੍ਰੋਮਣੀ ਕਮੇਟੀ ਦੀ ਜੇ ਗੱਲ ਕਰੀਏ ਤਾਂ ਦਫ਼ਤਰ ਖੁੱਲੇ ਸੀ, ਹਾਲਾਂਕਿ ਸਰਕਾਰੀ ਤੌਰ ਤੇ ਕੁਝ ਸਕੂਲ ਜਾਂ ਬੈਂਕਾਂ ਵੀ ਖੁੱਲੀਆਂ ਸੀ, ਕਿਉਂਕਿ ਬੰਦ ਨੂੰ ਸਰਕਾਰ ਦਾ ਸਮਰਥਨ ਸੀ, ਪਰ ਅਫੀਸ਼ੀਅਲ ਜਿਹੜੇ ਖੁੱਲੇ ਸੀ। ਸ਼੍ਰੋਮਣੀ ਅਕਾਲੀ ਦਲ ਨੇ ਵੀ ਕਿਹਾ ਸੀਗਾ ਕਿ ਅਸੀਂ ਕਿਸਾਨਾਂ ਦੇ ਬੰਦ ਦਾ ਸਮਰਥਨ ਕਰਦੇ ਹਾਂ, ਪਰ ਇਹਨਾਂ ਦੇ ਆਪਣੇ ਦਫ਼ਤਰ ਖੁੱਲੇ ਸੀ। ਇਹ ਗੱਲ ਜਿਹੜੀ ਆ, ਇਸ ਗੱਲ ਨੂੰ ਦਰਸਾਉਂਦੀ ਆ ਰਾਜਨੀਤੀ ਤੌਰ ਤੇ ਕਿ ਇਹ ਕਿਉਂਕਿ ਉਹ ਚੰਡੀਗੜ੍ਹ ਵਾਲੀ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਇਦਾਂ ਲੱਗਦਾ ਕਿ ਕਿਸਾਨ ਅੰਦੋਲਨ ਦੇ ਲੋਕ ਜਾਂ ਕਿਸਾਨ ਅੰਦੋਲਨ ਦੀਆਂ ਪਾਰਟੀਆਂ ਸਾਡੇ ਨਾਲ ਧੱਕਾ ਕਰਦੀਆਂ, ਤੇ ਅਸੀਂ ਵੀ ਫਿਰ ਇਹਨਾਂ ਦੀ ਜਿਹੜੀ ਗੱਲ ਆ ਉਹਨੂੰ ਓਨਾ ਕੀ ਮੰਨਾਂਗੇ ਜਿੰਨਾ ਕੁ ਸਾਨੂੰ ਠੀਕ ਲੱਗਦਾ। ਇਹਨੂੰ ਇਹਦੇ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ, ਸਮਝਿਆ ਜਾਣਾ ਚਾਹੀਦਾ, ਕਿਉਂਕਿ ਇਹ ਗੱਲ ਅਸੀਂ ਜਾਣਦੇ ਹਾਂ ਕਿ ਰਾਜਨੀਤੀ ਵਾਲੇ ਲੋਕ ਬਿਨਾਂ ਮਤਲਬ ਤੋਂ ਕੋਈ ਗੱਲ ਨਹੀਂ ਕਰਦੇ ਜੀ, ਤੇ ਐਵੇਂ ਇਹਨਾਂ ਦੇ ਮੂੰਹ ਚੋਂ ਕੋਈ ਗੱਲ ਨਿਕਲਦੀ ਨਹੀਂ। ਹਾਲਾਂਕਿ ਜਦੋਂ ਕੋਈ ਗੱਲ ਨਿਕਲ ਜਾਏ ਬਾਅਦ ਚ ਕਹਿ ਜ਼ਰੂਰ ਦਿੰਦੇ ਆ ਕਿ ਸਾਡੇ ਜਿਹੜੇ ਸ਼ਬਦਾਂ ਦੇ ਅਰਥ ਗਲਤ ਲਏ ਗਏ, ਪਰ ਇਹਨਾਂ ਨੂੰ ਆਪ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੁੰਦਾ ਕਿ ਇਹਨਾਂ ਨੇ ਕੀ ਕਹਿਣਾ ਆ ਜੀ, ਕਿਉਂ ਕਹਿਣਾ ਆ, ਉਹਦੇ ਕੀ ਅਰਥ ਲਏ ਜਾਣੇ ਨੇ ਜੀ। ਸ਼ਰਮਾ ਜੀ, ਹਾਲਾਂਕਿ ਇਹਦੇ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਪਹਿਲਾਂ 2 ਦਿਨ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ, ਇਹ ਕਿਹਾ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਦਫ਼ਤਰ ਹੈ ਉਹ ਬੰਦ ਰੱਖੇ ਜਾਣਗੇ, ਪਰ ਐਨ ਮੌਕੇ ਤੇ ਆ ਕੇ ਇੱਕ ਫੋਨ ਆਇਆ, ਉਹ ਫੋਨ ਕਿਹਦਾ ਸੀ ਕਿਹਦਾ ਨਹੀਂ ਸੀ, ਇਹ ਤਾਂ ਇਹੀ ਜਾਣਨ ਕਿ ਇਹ ਕੀ ਹੋਇਆ। ਤੇ ਇਸ ਤੋਂ ਬਾਅਦ ਜੇ ਅਸੀਂ ਚਰਚਾ ਕਰੀਏ ਕਿ ਪੰਜਾਬ ਦੇ ਵਿੱਚ ਜਿਹੜੀ ਕੈਬਨਿਟ ਦੇ ਵਿੱਚ ਪਹਿਲਾਂ ਰਾਣਾ ਗੁਰਜੀਤ ਸਿੰਘ ਨੂੰ ਲੈ ਕੇ ਕਾਫੀ ਵਿਵਾਦ ਰਿਹਾ, ਤੇ ਹੁਣ ਫਿਰ ਵਾਪਸ ਉਹ ਇੱਕ ਵਿਵਾਦ ਉੱਠ ਗਿਆ ਕਿ ਜਿਹੜੇ ਐਡਵੋਕੇਟ ਜਨਰਲ ਨੇ ਅਮਰਪ੍ਰੀਤ ਸਿੰਘ ਦਿਓਲ, ਜੋ ਕਿ ਸੁਮੇਧ ਸਿੰਘ ਸੈਣੀ ਦੇ ਵਕੀਲ ਰਹੇ ਨੇ, ਤੇ ਉਹਨਾਂ ਨੂੰ ਲੈ ਕੇ ਕਾਫੀ ਵਿਵਾਦ ਖੜਾ ਹੋ ਗਿਆ, ਕੀ ਕਹਿਣਾ ਚਾਹੋਗੇ? ਦੇਖੋ, ਪਹਿਲੇ ਸਵਾਲ ਦੇ ਵਿੱਚ ਥੋੜੀ ਜਿਹੀ ਗੱਲ ਜਿਹੜੀ ਬੰਦ ਵਾਲੀ ਸੀ, ਉਹ ਇਹ ਸੀ ਕਿ ਭਾਰਤ ਦੇ ਵਿੱਚ ਬੰਦ ਨੂੰ ਬਹੁਤ ਵੱਡਾ ਸਮਰਥਨ ਜਿਹੜਾ ਮਿਲਿਆ। ਬਿਲਕੁਲ। ਇਹ ਗੱਲ ਦੇਖਣ ਚ ਆਈ ਸੀ ਕਿ ਕੇਂਦਰ ਦੀ ਸਰਕਾਰ ਵੀ ਕਹਿੰਦੀ ਆ ਕਿ ਸਿਰਫ ਪੰਜਾਬ ਦਾ ਜਾਂ ਹਰਿਆਣੇ ਦਾ ਹੀ ਰੌਲਾ ਆ ਕਿਸਾਨਾਂ ਦਾ, ਬਾਕੀ ਕਿਤੇ ਨਹੀਂ ਹੈਗਾ, ਪਰ ਭਾਰਤ ਦੀਆਂ ਸਿਰਫ ਉਹ ਜਿਹੜੀਆਂ ਨਾਰਥ ਈਸਟਰਨ ਸਟੇਟਸ ਆ, ਅਸਾਮ ਵਾਲੇ ਪਾਸੇ ਦੀਆਂ 7 ਸਟੇਟਸ ਜਿਨ੍ਹਾਂ ਨੂੰ 7 ਸਿਸਟਰਸ ਅਸੀਂ ਕਹਿੰਦੇ ਆ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਉਹਨਾਂ ਨੂੰ ਛੱਡ ਦਈਏ ਅਸਾਮ ਵਾਲੇ ਪਾਸੇ ਨੂੰ, ਤੇ ਸਾਰੇ ਹੀ ਭਾਰਤ ਚੋਂ ਮਿਲਿਆ ਜੁਲਿਆ ਨਹੀਂ, ਲਗਭਗ ਭਾਰੀ ਬੰਦ ਦੀਆਂ ਜਿਹੜੀਆਂ ਖਬਰਾਂ ਉਹ ਸਾਹਮਣੇ ਆਈਆਂ ਜੀ। ਸੋ ਇਹਨੂੰ ਬਿਲਕੁਲ ਨਹੀਂ ਕਿਹਾ ਜਾ ਸਕਦਾ ਕਿ ਇਹ ਜਿਹੜਾ ਅੰਦੋਲਨ ਆ ਉਹ ਸਿਰਫ ਪੰਜਾਬ ਦਾ ਹੈ ਜਾਂ ਹਰਿਆਣੇ ਦਾ ਹੈ ਜਾਂ ਉੱਤਰੀ ਭਾਰਤ ਦਾ ਹੈ। ਤੇ ਨਾਲ ਦੀ ਨਾਲ ਫਿਰ ਵੱਡੇ ਲੀਡਰਾਂ ਨੇ, ਸਾਰਿਆਂ ਨੇ ਹੀ ਇਹਨੂੰ ਸਮਰਥਨ ਜਿਹੜਾ ਉਹ ਦਿੱਤਾ। BJP ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਨੇ ਇਹਨੂੰ ਸਮਰਥਨ ਕੀਤਾ, ਤੇ ਇਹ ਲਗਭਗ ਸਾਰਾ ਹੀ ਭਾਰਤ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਬੰਦ ਰਿਹਾ। ਮੋਦੀ ਸਾਹਿਬ ਅਮਰੀਕਾ ਗਏ ਹੋਏ ਸੀ, ਵਾਪਸ ਆਉਂਦੇ ਹੀ ਉਹਨਾਂ ਨੂੰ ਇੱਕ ਪੂਰੇ ਦਾ ਪੂਰਾ ਦੇਸ਼ ਜਿਹੜਾ ਉਹਨਾਂ ਦੇ ਸਵਾਗਤ 'ਚ ਬੰਦ ਮਿਲਿਆ। ਬਿਲਕੁਲ, ਝਟਕਾ ਤਾਂ ਜ਼ਰੂਰ ਲੱਗਾ ਹੋਣਾ। ਬਿਲਕੁਲ। ਹੁਣ ਤੁਸੀਂ ਜਿਹੜੀ ਗੱਲ ਕੀਤੀ ਆ ਐਡਵੋਕੇਟ ਜਨਰਲ ਦੇ ਚੋਣ ਦੀ, ਉਹਦੇ ਲਈ ਵੀ ਇਹ ਜਿੱਦਾਂ ਮੈਂ ਪਹਿਲਾਂ ਅਸੀਂ ਆਪਣੇ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਗੱਲ ਕੀਤੀ ਹੈ ਕਿ ਸਰਕਾਰ ਦੀ ਚੋਣ ਵੀ ਔਖੀ ਸੀ, ਮੁੱਖ ਮੰਤਰੀ ਦੀ ਚੋਣ ਵੀ ਔਖੀ ਸੀ, ਮਿਨਿਸਟਰਾਂ ਦੀ ਚੋਣ ਵੀ ਔਖੀ ਸੀ, ਤੇ ਵਿਭਾਗਾਂ ਦੀ ਵੰਡ ਵੀ ਔਖੀ ਸੀ। ਇੱਦਾਂ ਹੀ ਜਿਹੜੇ ਵੱਡੇ ਅਧਿਕਾਰੀ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਨਾਲ ਕੰਮ ਕਰਦੇ ਨੇ, ਚਾਹੇ ਉਹ ਪ੍ਰਿੰਸੀਪਲ ਸੈਕਟਰੀ ਨੇ, ਚਾਹੇ ਉਹ DGP ਨੇ, ਤੇ ਚਾਹੇ ਉਹ ਐਡਵੋਕੇਟ ਜਨਰਲ ਨੇ, ਕਿਉਂਕਿ ਸਰਕਾਰ ਦੇ ਕੇਸਾਂ ਦੇ ਵਿੱਚ ਸਾਰੇ ਸਰਕਾਰ ਦੇ ਪੱਖ ਨੂੰ ਜਦੋਂ ਕਿਸੇ ਨੇ ਦਿਖਾਉਣਾ ਆ ਤੇ ਉਹ ਐਡਵੋਕੇਟ ਜਨਰਲ ਆ,
ਇਸ ਤੋਂ ਪਹਿਲੀ ਸਰਕਾਰ ਦੇ ਵਿੱਚ ਅਤੁਲ ਨੰਦਾ ਐਡਵੋਕੇਟ ਜਨਰਲ ਸੀ। ਬਿਲਕੁਲ ਬਹੁਤ ਹੀ ਫਜੀਅਤ ਉਹਨਾਂ ਨੇ ਕਰਵਾਈ ਆ ਸਰਕਾਰ ਨੂੰ, ਇੱਕ ਵੀ ਕੇਸ ਜਿੱਤ ਕੇ ਨਹੀਂ ਦਿੱਤਾ। ਸੁਨੀਲ ਜਾਖੜ ਪਾਰਟੀ ਪ੍ਰਧਾਨ ਹੁੰਦੇ ਹੋਏ ਕੈਬਨਿਟ ਦੀ ਮੀਟਿੰਗ ਦੇ ਵਿੱਚ ਉਹਨਾਂ ਦੇ ਉੱਤੇ ਇੱਕ ਦੋ ਵਾਰ ਨਾਰਾਜ਼ ਹੋਏ, ਪਾਰਟੀ ਵੀ ਛੱਡ ਕੇ ਗਏ, ਮੀਟਿੰਗ ਵੀ ਛੱਡ ਕੇ ਗਏ। ਪਰ ਕੈਪਟਨ ਸਾਹਿਬ ਨੇ ਅਤੁਲ ਨੰਦਾ ਨੂੰ ਕਦੇ ਵਰਜਿਆ ਨਹੀਂ, ਕਦੇ ਪੁੱਛਿਆ ਨਹੀਂ। ਉਹਦੇ ਕਾਰਨ ਕੀ ਆ ਉਹ ਤੇ ਅਤੁਲ ਨੰਦਾ ਦੱਸ ਸਕਦੇ ਨੇ ਜਾਂ ਕੈਪਟਨ ਸਾਹਿਬ ਦੱਸ ਸਕਦੇ ਨੇ। ਹੁਣ ਅਮਰਪ੍ਰੀਤ ਸਿੰਘ ਦਿਓਲ ਨੂੰ ਐਡਵੋਕੇਟ ਜਨਰਲ ਲਾਇਆ ਗਿਆ। ਇਸ ਤੋਂ ਪਹਿਲਾਂ ਦੋ ਨਾਵਾਂ ਦੇ ਉੱਤੇ ਚਰਚਾ ਹੋ ਚੁੱਕੀ ਹੈ, ਇੱਕ ਪਟਵਾਲੀਆ ਸੀ ਤੇ ਇੱਕ ਹੋਰ ਨਾਮ ਸੀ ਜੀ। ਪਟਵਾਲੀਆ ਸਾਹਿਬ ਦਾ ਨਾਮ ਸ਼ਾਇਦ ਇਸ ਕਰਕੇ ਲਾ ਦਿੱਤਾ ਗਿਆ, ਲਿਸਟ ਚੋਂ ਕੱਢ ਦਿੱਤਾ ਗਿਆ ਕਿ ਕਿਹਾ ਜਾਂਦਾ ਸੀਗਾ ਕਿ ਉਹ ਬੀਜੇਪੀ ਦੇ ਕੁਝ ਲੀਡਰਾਂ ਦੇ ਕੇਸ ਦੇਖਦੇ ਨੇ। ਤੇ ਹੁਣ ਅਮਰਪ੍ਰੀਤ ਸਿੰਘ ਦਿਓਲ ਨੂੰ ਇਹ ਜ਼ਿੰਮੇਵਾਰੀ ਤਾਂ ਦੇ ਦਿੱਤੀ ਗਈ ਆ, ਆਰਡਰ ਉਹਨਾਂ ਦੇ ਹੋ ਗਏ, ਪਰ ਹੁਣ ਇਹ ਵੀ ਕਿਹਾ ਜਾਂਦਾ ਕਿ ਇਹ ਬਹੁਤ ਵਧੀਆ, ਬਹੁਤ ਕਾਬਲ ਵਕੀਲ ਨੇ, ਪਰ ਇਹ ਸੁਮੇਧ ਸਿੰਘ ਸੈਣੀ ਦੇ ਵਕੀਲ ਨੇ ਜੀ। ਤੇ ਹੁਣ ਸੁਮੇਧ ਸਿੰਘ ਸੈਣੀ ਦੇ ਜਿਹੜੇ ਕੇਸ ਨੇ ਉਹ ਬਹੁਤ ਸਾਰੇ ਕੇਸ ਨੇ ਹਾਲਾਂ ਤਾਂ, ਪਰ ਖਾਸ ਤੌਰ ਤੇ ਜਿਹੜੇ ਇੰਪੋਰਟੈਂਟ ਕੇਸ ਨੇ ਉਹ ਗੋਲੀ ਕਾਂਡ ਨੇ, ਕੋਟਕਪੂਰਾ ਜਾਂ ਬਹਿਬਲ ਕਾਂਡ, ਜਿਹੜੇ ਬਰਗਾੜੀ ਵਾਲਾ ਕਾਂਡ ਹੈ, ਜਿਹੜਾ ਬੇਅਦਬੀ ਵਾਲਾ ਮਸਲਾ, ਉਹਦੇ ਨਾਲ ਬਿਲਕੁਲ ਜੁੜੇ ਹੋਏ ਕੇਸ ਨੇ। ਬਿਲਕੁਲ। ਤੇ ਕਾਨੂੰਨ ਦੀ ਇਹ ਧਾਰਾ ਆ, ਲਾਅ ਦਾ ਇਹ ਨਿਯਮ ਆ ਕਿ ਇੱਕ ਵਕੀਲ ਜਦੋਂ ਇੱਕ ਪਾਸੇ ਪੇਸ਼ ਹੋ ਚੁੱਕਿਆ ਹੋਵੇ ਉਹ ਦੂਜੇ ਪਾਸੇ ਪੇਸ਼ ਨਹੀਂ ਹੋ ਸਕਦਾ। ਫਿਰ ਇਹ ਮੁਸ਼ਕਲ ਬਣੇਗੀ ਜਦੋਂ ਕੱਲ ਸਰਕਾਰ ਚਾਹੇਗੀ ਕਿ ਅਮਰਪ੍ਰੀਤ ਸਿੰਘ ਦਿਓਲ ਸੈਣੀ ਵਾਲੇ ਕੇਸ ਦੇ ਵਿੱਚ ਜਾਂ ਬਰਗਾੜੀ ਵਾਲੇ ਕੇਸ ਦੇ ਵਿੱਚ ਉਸ ਕੇਸ ਨੂੰ ਦੇਖਣ, ਤੇ ਉਹ ਨਹੀਂ ਦੇਖ ਸਕਣਗੇ ਜੀ। ਹੁਣ ਉਹ ਕਿਵੇਂ ਸਰਕਾਰ ਹੱਲ ਕਰਦੀ ਆ, ਸਰਕਾਰ ਦੀਆਂ ਗਿਣਤੀਆਂ ਮਿਣਤੀਆਂ ਕੀ ਆ, ਕੀ ਸੋਚ ਕੇ ਉਹਨਾਂ ਨੂੰ ਲਾਇਆ ਗਿਆ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਕੁੱਲ ਮਿਲਾ ਕੇ ਇਹ ਜਿਹੜੀ ਨਿਯੁਕਤੀ ਆ, ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਆ ਕਿ ਉਹ ਇੱਕ ਵਿਵਾਦਾਂ ਦੇ ਘੇਰੇ ਵਿੱਚ ਨਿਯੁਕਤ ਹੋਣ ਤੋਂ ਪਹਿਲਾਂ ਹੀ ਉਹ ਆ ਚੁੱਕੀ ਜੀ। ਸ਼ਰਮਾ ਜੀ, ਕਿਉਂਕਿ ਅਮਰਪ੍ਰੀਤ ਸਿੰਘ ਦਿਓਲ ਨੇ ਜਿਹੜੇ ਉਹ ਸੁਮੇਧ ਸਿੰਘ ਸੈਣੀ ਦੇ ਵਕੀਲ ਰਹਿ ਚੁੱਕੇ ਨੇ, ਤੇ ਮੈਨੂੰ ਲੱਗਦਾ ਕਿ ਹੋ ਸਕਦਾ ਕਿ ਸਰਕਾਰ ਨੇ ਕਿਹਾ ਹੋਵੇ ਕਿ ਸੁਮੇਧ ਸਿੰਘ ਸੈਣੀ ਹੈ ਜਿਹੜੇ ਉਹਨਾਂ ਨੂੰ ਹਰ ਪੱਖ ਤੋਂ ਬਚਾਉਂਦੇ ਆਏ ਨੇ। ਸੋ ਇੱਕ ਪੱਖ ਇਹ ਵੀ ਹੋ ਸਕਦਾ ਹੈ ਸਰਕਾਰ ਦਾ ਕਿ ਉਹਨਾਂ ਨੂੰ ਉਹ ਕਾਬਿਲ ਸਮਝ ਰਹੀ ਹੋਵੇ। ਸੋ ਹੁਣ ਕੀ ਕਰਦੇ ਨੇ ਅਮਰਪ੍ਰੀਤ ਸਿੰਘ ਦਿਓਲ, ਆਪਣਾ ਜਿਹੜਾ ਰੋਲ ਹੈ ਉਹ ਕਿੱਧਰਲੇ ਪਾਸੇ ਉਹ ਚੰਗੀ ਤਰ੍ਹਾਂ ਨਿਭਾਉਂਦੇ ਨੇ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਚਰਚਾ ਇਸੇ ਤਰ੍ਹਾਂ ਜਾਰੀ ਰਹੇਗੀ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦਾ ਸਵਾਗਤ ਹੈ ਜੀ। ਸ਼ਰਮਾ ਜੀ, ਅਸੀਂ ਹਮੇਸ਼ਾ ਗੱਲ ਕਰਦੇ ਹਾਂ ਭਾਰਤ ਦੀ ਰਾਜਨੀਤੀ ਦੀਆਂ, ਭਾਰਤ ਵਿੱਚ ਹੋਈਆਂ ਚੋਣਾਂ ਦੀਆਂ ਜਾਂ ਫਿਰ ਪੰਜਾਬ ਦੀਆਂ ਚੋਣਾਂ ਦੀਆਂ, ਤੇ ਅੱਜ ਜੇ ਅਸੀਂ ਗੱਲ ਕਰ ਲਈਏ ਜੀ ਅੰਤਰਰਾਸ਼ਟਰੀ, ਜਰਮਨ ਵਿੱਚ ਇਲੈਕਸ਼ਨਸ ਹੋਈਆਂ ਨੇ ਹੁਣ ਜੀ, ਤੇ ਕਾਫੀ ਕਹਿੰਦੇ ਨੇ ਕੁਝ ਡਿਫਰੈਂਟ ਜਿਹਾ ਉਹਨਾਂ ਦਾ ਪ੍ਰੋਸੈਸ ਵੀ ਡਿਫਰੈਂਟ ਜਿਹਾ, ਤੇ ਇਲੈਕਸ਼ਨਸ ਹੋਈਆਂ। ਤੁਸੀਂ ਦੱਸੋ ਕੌਣ ਜਿੱਤਿਆ? SPD ਤੇ CDU, ਸੋਸ਼ਲਿਸਟ ਡੈਮੋਕ੍ਰੈਟਿਕ ਪਾਰਟੀ, ਸੋਸ਼ਲਿਸਟ ਪਾਰਟੀ ਫॉर ਡੈਮੋਕ੍ਰੇਟਸ, SPD ਉਹਨਾਂ ਦਾ ਨਾਮ ਹੈ, ਤੇ ਦੂਸਰੀ ਪਾਰਟੀ ਹੈਗੀ ਆ CDU, ਕ੍ਰਿਸਚੀਅਨ ਡੈਮੋਕ੍ਰੈਟਿਕ ਯੂਨੀਅਨ। ਉਹ ਇੱਕ ਪਾਰਟੀ ਆ। CDU ਪਹਿਲਾਂ ਸੱਤਾ 'ਚ ਸੀ, ਐਂਜਲਾ ਮਾਰਕਲ ਅਸੀਂ ਉਹਦਾ ਨਾਮ ਜਾਣਦੇ ਆ ਪਿਛਲੇ ਸਮੇਂ ਤੋਂ। ਜਰਮਨ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਚਾਂਸਲਰ ਕਹਿੰਦੇ ਆ। ਤੁਸੀਂ ਇਦਾਂ ਨਾ ਕਹੋ ਕਿ ਪ੍ਰਧਾਨ ਮੰਤਰੀ ਨੂੰ ਚਾਂਸਲਰ ਕਹਿੰਦੇ ਆ, ਇਦਾਂ ਕਹਿ ਲਈਏ ਕਿ ਸਰਕਾਰ ਦੇ ਮੁਖੀ ਨੂੰ ਅਸੀਂ ਉੱਥੇ ਚਾਂਸਲਰ ਕਹਿੰਦੇ ਆ। ਰਾਸ਼ਟਰਪਤੀ ਉੱਥੇ ਵੀ ਹੁੰਦਾ, ਪਰ ਉਹ ਭਾਰਤ ਵਾਂਗ ਹੀ ਸੰਕੇਤਕ ਮੁਖੀ ਆ, ਸੰਵਿਧਾਨਕ ਮੁਖੀ ਆ, ਪਰ ਸਰਕਾਰ ਜਿਹੜੀ ਆ ਉਹ ਲੋਕਾਂ ਦੁਆਰਾ ਚੁਣੀ ਹੋਈ ਹੁੰਦੀ ਹੈ। ਬਿਲਕੁਲ। ਜਰਮਨ ਤੇ ਜਾਪਾਨ ਨੂੰ ਅਸੀਂ ਲੋਕ ਖਾਸ ਤੌਰ ਤੇ ਤਕਨੀਕੀ ਤੌਰ ਤੇ ਬਹੁਤ ਉન્નਤ, ਬਹੁਤ ਵਿਕਸਿਤ ਦੇਸ਼ਾਂ ਦੇ ਰੂਪ 'ਚ ਦੇਖਦੇ ਹਾਂ। ਬਿਲਕੁਲ। ਜਿਹੜੇ ਇਮਾਨਦਾਰੀ ਨਾਲ ਬਹੁਤ ਮਿਹਨਤ ਕਰਕੇ ਜਿਨ੍ਹਾਂ ਨੇ ਬਹੁਤ ਵੱਡੀ ਥਾਂ ਜਿਹੜੀ ਆਪਣੀ ਦੁਨੀਆ ਦੇ ਵਿੱਚ ਬਣਾਈ ਹੈ। ਬਿਲਕੁਲ। ਸੈਕੰਡ ਵਰਲਡ ਵਾਰ ਦੇ ਵਿੱਚ ਜਾਪਾਨ ਵੀ ਤਬਾਹ ਹੋਇਆ ਤੇ ਜਰਮਨ ਵੀ ਜਿਹੜਾ ਆ ਉਹ ਤਬਾਹ ਹੋਇਆ, ਦੋ ਹਿੱਸਿਆਂ 'ਚ ਵੰਡਿਆ ਗਿਆ, ਈਸਟ ਜਰਮਨ ਤੇ ਵੈਸਟ ਜਰਮਨੀ। ਈਸਟ ਜਰਮਨੀ ਵਾਲਾ ਹਿੱਸਾ ਜਿਹੜਾ ਆ, ਜੇ ਮੈਂ ਗਲਤ ਨਹੀਂ ਤਾਂ ਉਹ ਰਸ਼ੀਆ ਕੋਲ ਸੀ, ਤੇ ਵੈਸਟ ਜਰਮਨੀ ਵਾਲੇ ਹਿੱਸੇ ਦੇ 3 ਹਿੱਸੇ ਸੀ। ਵੈਸਟ ਜਰਮਨੀ ਵਾਲੇ ਪਾਸੇ ਦੇ ਅਮਰੀਕਾ, ਫਰਾਂਸ ਤੇ ਇੰਗਲੈਂਡ ਕੋਲ 3 ਹਿੱਸੇ ਸੀ। ਉਹਨਾਂ ਨੇ ਬਾਅਦ ਵਿੱਚ ਹੌਲੀ ਹੌਲੀ ਉਹਨਾਂ ਨੂੰ ਛੱਡਿਆ ਤੇ ਦੋ ਹਿੱਸੇ ਬਣ ਗਏ, ਈਸਟ ਜਰਮਨੀ ਤੇ ਵੈਸਟ ਜਰਮਨੀ। 1961 ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਇੱਕ ਕੰਧ ਉਸਾਰ ਦਿੱਤੀ ਗਈ। ਹਾਲਾਂਕਿ ਰੂਸ ਦਾ ਪ੍ਰਭਾਵ ਈਸਟ ਜਰਮਨੀ ਦੇ ਉੱਤੇ ਕਾਫੀ ਲੰਬਾ ਸਮਾਂ ਤੱਕ ਰਿਹਾ। ਬਿਲਕੁਲ। ਤੇ ਦੂਜੇ ਪਾਸੇ ਫਿਰ ਜਿਹੜਾ ਅਮਰੀਕਨ ਦਾ, ਫ੍ਰੈਂਚ ਦਾ, ਫਰਾਂਸੀਸੀਆਂ ਦਾ ਤੇ ਇੰਗਲੈਂਡ ਵਾਲਾ ਹਿੱਸਾ ਸੀ, ਉਹਦੇ ਤੇ ਪ੍ਰਭਾਵ ਜਿਹੜਾ ਸੀ ਉਹ ਛੇਤੀ ਘਟ ਗਿਆ। 1961 ਦੇ ਵਿੱਚ ਜਿਹੜੀ ਇੱਕ ਕੰਧ ਉਸਾਰ ਦਿੱਤੀ ਗਈ, ਜਿਹਨੂੰ ਬਰਲਿਨ ਵਾਲ ਕਹਿੰਦੇ ਸੀ। ਐਂਜਲਾ ਮਾਰਕਲ ਉੱਥੋਂ ਦੇ ਚਾਂਸਲਰ ਸੀ, ਜਿਨ੍ਹਾਂ ਨੇ ਪਿਛਲੇ 2 ਸਾਲ ਪਹਿਲਾਂ 18 ਦੀਆਂ ਜਦੋਂ ਲੋਕਲ ਚੋਣਾਂ ਹੋਈਆਂ, ਉਹਨਾਂ ਚੋਣਾਂ ਦੇ ਵਿੱਚ ਆਪਣੀ ਪਾਰਟੀ ਦੀ ਹਾਰ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਹੁਣ ਅਗਲਾ ਇਲੈਕਸ਼ਨ ਜਿਹੜਾ ਉਹ ਨਹੀਂ ਲੜਨਾ। ਤੇ ਉਹਨਾਂ ਹੀ ਚੋਣਾਂ ਤੋਂ ਬਾਅਦ ਫਿਰ ਜਦੋਂ ਹੁਣ 2021 ਦੇ ਵਿੱਚ ਬੀਤੇ ਦਿਨੀ 26 ਸਤੰਬਰ ਨੂੰ ਉੱਥੇ ਚੋਣਾਂ ਹੋਈਆਂ, ਤੇ ਉਸੇ ਦਿਨ ਸ਼ਾਮ ਨੂੰ ਰਿਜ਼ਲਟ ਆਉਣੇ ਸ਼ੁਰੂ ਹੋ ਗਏ, ਤੇ ਉਹਨਾਂ ਦੀ ਪਾਰਟੀ ਨੂੰ 1.6% ਵੋਟਾਂ ਜਿਹੜੀਆਂ ਉਹ ਘੱਟ ਮਿਲੀਆਂ। ਇੱਕ ਨੂੰ
25 ਪੁਆਇੰਟ ਕੁਝ ਮਿਲੀਆਂ ਤੇ ਦੂਜੀ ਨੂੰ 24 ਪੁਆਇੰਟ ਕੁਝ ਵੋਟਾਂ ਜਿਹੜੀਆਂ ਉਹ ਮਿਲੀਆਂ ਜੀ। ਤੇ ਓਲਾਫ ਸੋਲਜ਼ ਦੂਸਰੀ ਪਾਰਟੀ ਦੇ ਲੀਡ ਕਰਨ ਵਾਲੇ ਨੇਤਾ ਨੇ, ਜਿਨ੍ਹਾਂ ਦਾ ਹੁਣ ਲੱਗ ਰਿਹਾ ਕਿ ਉਹ ਸੱਤਾ ਦੇ ਵਿੱਚ ਆ ਜਾਣਗੇ। ਜੀ। ਐਂਜਲਾ ਮਾਰਕਲ ਦੀ ਗੱਲ ਕਰੀਏ ਤੇ ਉਹਨਾਂ ਦਾ ਜਨਮ ਈਸਟ ਜਰਮਨੀ ਦੇ ਵਿੱਚ ਹੈਮਬਰਗ 'ਚ ਹੋਇਆ ਸੀ 1954 ਦੇ ਵਿੱਚ ਤੇ 1990 ਦੀ ਸਰਕਾਰ ਦੇ ਵਿੱਚ ਉਹ ਵਿਮਨ ਤੇ ਯੂਥ ਬਾਰੇ ਮਿਨਿਸਟਰ ਬਣੇ ਸੀ ਜਦੋਂ ਸਰਕਾਰ ਸੀਗੀ। ਤੇ ਉਦੋਂ ਲੱਗਦਾ ਸੀਗਾ ਕਿ ਜਿਹੜੀ ਇਹ ਔਰਤ ਆ ਜਾਂ ਇਹ ਇੱਕ ਛੋਟੀ ਉਮਰ ਦੀ ਔਰਤ ਆ, ਇਹਨੇ ਸਿਰਫ ਔਰ ਸਿਰਫ ਉਸੇ ਸਰਕਾਰ ਦੇ ਵਿੱਚ ਹਿੱਸਾ ਰੱਖਣਾ ਆ ਜਦੋਂ ਇਹ ਸਰਕਾਰ ਜਿਹੜੀ ਆ ਔਲਫ ਦੀ ਸਰਕਾਰ ਸੀ ਉਹ ਖਤਮ ਹੋ ਜਾਣੀ ਆ ਤੇ ਇਹਨਾਂ ਦਾ ਵੀ ਜਿਹੜਾ ਆ ਰਾਜਨੀਤਿਕ ਸਫ਼ਰ ਖਤਮ ਹੋ ਜਾਣਾ ਜੀ। ਪਰ ਉਹਨਾਂ ਦੀ ਛੋਟੀ ਉਮਰ ਸੀ ਜਦੋਂ 54 ਦਾ ਉਹਨਾਂ ਦਾ ਜਨਮ ਹੈ। 61 ਦੇ ਵਿੱਚ ਜਦੋਂ ਉਹਨਾਂ ਨੇ ਉਹ ਦੀਵਾਰ ਦੇਖੀ ਸੀ ਤੇ ਉਹਨਾਂ ਨੂੰ ਇੱਕ ਪਾਸਿਓਂ ਛੱਡ ਕੇ ਦੂਜੇ ਪਾਸੇ ਚਲੇ ਗਿਆ ਸੀ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਨੂੰ ਦੂਸਰੀ ਜਰਮਨੀ ਦੇ ਵਿੱਚ ਇੱਕ ਨੌਕਰੀ ਮਿਲ ਗਈ ਸੀ ਈਸਟ ਵਾਲੇ ਪਾਸੇ ਤੇ ਉਹ ਛੋਟੀ ਕੁੜੀ ਉਦੋਂ ਅਮਰੀਕਾ ਜਾਣਾ ਚਾਹੁੰਦੀ ਸੀ ਜਾਂ ਉਹਦੀ ਜਿਹੜੀ ਜ਼ਿੰਦਗੀ ਸੀ ਕਿਸੇ ਹੋਰ ਤਰੀਕੇ ਨਾਲ ਸੋਚ ਸੀ। ਫਿਰ ਬਾਅਦ ਵਿੱਚ ਉਹੀ ਕੰਧ ਜਿਹੜੀ ਹੈ ਜਦੋਂ 1999 ਦੇ ਵਿੱਚ ਢਾਈ ਗਈ ਤੇ ਫਿਰ ਜਰਮਨੀ ਇੱਕ ਹੋਇਆ ਤੇ ਇਹਨਾਂ ਦਾ ਰਾਜਨੀਤਿਕ ਸਫ਼ਰ ਖਤਮ ਹੋਇਆ ਤੇ ਅਗਲੇ ਹੀ ਸਾਲ 1990 ਦੀਆਂ ਚੋਣਾਂ ਦੇ ਵਿੱਚ ਉਹ ਮਹਿਲਾ ਤੇ ਯੂਥ ਬਾਰੇ ਮਿਨਿਸਟਰ ਬਣੇ। ਫਿਰ ਛੇਤੀ ਹੀ 2005 ਦੇ ਵਿੱਚ ਜਦੋਂ ਚੋਣਾਂ ਹੋਈਆਂ ਤੇ ਉਹ ਜਰਮਨ ਦੀ ਚਾਂਸਲਰ ਬਣੀ। ਉਸ ਤੋਂ ਪਹਿਲਾਂ ਜਦੋਂ ਰੌਲਾ ਪੈਂਦਾ ਸੀਗਾ ਕਿ ਇੱਕ ਮਹਿਲਾ ਨੂੰ ਜਿਹੜੀ ਪਾਰਟੀ ਆ CDU ਆ ਉਹ ਐਜ਼ ਏ ਚਾਂਸਲਰ ਪ੍ਰੋਜੈਕਟ ਕਰ ਰਹੀ ਆ ਤੇ ਲੋਕ ਉੱਥੇ ਵੀ ਮਜ਼ਾਕ ਉਡਾਉਂਦੇ ਸੀ ਕਿ ਇਹ ਕਿਵੇਂ ਕਰ ਪਾਊਗੀ। ਬਿਲਕੁਲ। ਪਰ ਐਂਜਲਾ ਮਾਰਕਲ ਨੇ 16 ਸਾਲ ਜਾਣੀ ਕਿ 4 ਟਰਮਾਂ 5 ਤੋਂ ਲੈ ਕੇ 21 ਤੱਕ ਜਿਹੜੀ ਉੱਥੇ ਆ ਚਾਂਸਲਰਸ਼ਿਪ ਕੀਤੀ ਆ। ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਇਸ ਚੀਜ਼ ਨੂੰ ਨਿਭਾਇਆ। ਬਿਲਕੁਲ। ਬਹੁਤ ਖਰਾਬ ਸਮੇਂ ਵੀ ਆਏ। ਉਹਨਾਂ ਨੇ ਰੂਸ ਤੇ ਯੂਕਰੇਨ ਦਾ ਜਿਹੜਾ 2014 'ਚ ਯੁੱਧ ਹੋਇਆ ਉਹਨੂੰ ਮੁਕਾਉਣ ਦੇ ਵਿੱਚ ਵੀ ਵੱਡਾ ਇਹਨਾਂ ਦਾ ਰੋਲ ਰਿਹਾ। ਚੀਨ ਤੇ ਰੂਸ ਦੀ ਲੜਾਈ ਦੇ ਵਿੱਚ ਜਾਂ ਚੀਨ ਤੇ ਰੂਸ ਦੀ ਜੇ ਅਸੀਂ ਤਾਲਿਬਾਨ ਵਾਲੇ ਦੌਰ 'ਚ ਦੇਖੀਏ ਅੱਜ ਇੱਕ ਟੇਬਲ ਤੇ ਸਾਂਝੇ ਨੇ ਜਾਂ ਕੁਝ ਇਹਨਾਂ ਦੇ ਹਿੱਤ ਜਿਹੜੇ ਨੇ ਸੁਧਰੇ ਨੇ, ਉਹਦੇ ਵਿੱਚ ਵੀ ਕਿਹਾ ਜਾਂਦਾ ਕਿ ਐਂਜਲਾ ਮਾਰਕਲ ਦਾ ਵੱਡਾ ਰੋਲ ਆ। ਤੇ ਐਂਜਲਾ ਮਾਰਕਲ ਦੇ ਬਾਰੇ ਕਿਹਾ ਜਾਂਦਾ ਕਿ ਉਹ ਕਿਸੇ ਵੀ ਸਮੱਸਿਆ ਨੂੰ ਟੇਬਲ ਤੇ ਰੱਖ ਕੇ ਹੱਲ ਕਰਨ ਦਾ ਮਾਦਾ ਰੱਖਦੀ ਆ ਤੇ ਨਾਲ ਦੀ ਨਾਲ ਸਮਾਂ ਭਾਵੇਂ ਵੱਧ ਲੱਗ ਜਾਏ ਪਰ ਉਹ ਹਰ ਇੱਕ ਗੱਲ ਨੂੰ ਬਹੁਤ ਸਹਿਜਤਾ ਨਾਲ ਬਹੁਤ ਠਰਮੇ ਨਾਲ ਹੱਲ ਜ਼ਰੂਰ ਕਰ ਲੈਂਦੇ। ਤੱਥਾਂ ਨੂੰ ਘੋਖ ਕੇ ਅੱਗੇ ਵਧਦੇ। ਬਿਲਕੁਲ। ਯੂਰਪੀਅਨ ਯੂਨੀਅਨ ਦੇ ਵਿੱਚ ਹੀ ਨਹੀਂ 2005 ਤੋਂ ਬਾਅਦ ਜਦੋਂ ਚਾਂਸਲਰ ਬਣਿਆ ਤੇ ਲਗਭਗ ਜਦੋਂ ਵੀ ਕਿਤੇ ਕੋਈ ਸਰਵੇ ਛਪਦਾ ਆ ਦੁਨੀਆ ਦੇ ਮਹੱਤਵਪੂਰਨ ਵਿਅਕਤੀਆਂ ਦੇ ਵਿੱਚ ਤੇ ਪਹਿਲੀਆਂ ਸਫਾਂ 'ਚ ਉਹਨਾਂ ਦਾ ਨਾਮ ਹੁੰਦਾ। 18 ਤੋਂ ਬਾਅਦ ਜਦੋਂ ਉਹਨਾਂ ਨੇ ਅਨਾਉਂਸ ਕਰ ਦਿੱਤਾ ਸੀਗਾ ਕਿ ਮੈਂ ਇਲੈਕਸ਼ਨ ਨਹੀਂ ਲੜਨੀ, ਫੇਰ ਵੀ ਜਦੋਂ ਜਿਹੜੇ ਸਭ ਤੋਂ ਜ਼ਿਆਦਾ ਪ੍ਰਪੋਜ਼ਡ ਕੈਂਡੀਡੇਟ ਜਾਂ ਸਭ ਤੋਂ ਜ਼ਿਆਦਾ ਅਸੈਪਟਡ ਕੈਂਡੀਡੇਟ ਦੇ ਵਿੱਚ ਨਾਮ ਜਿਹੜਾ ਐਂਜਲਾ ਮਾਰਕਲ ਦਾ ਆਉਂਦਾ ਸੀ। 2015 ਦੇ ਵਿੱਚ ਜਦੋਂ ਮੱਧ ਪੂਰਬ ਤੋਂ ਬਹੁਤ ਸਾਰੇ ਲੋਕ ਜਿਹੜੀਆਂ ਸਾਡੀਆਂ ਗਲਫ ਕੰਟਰੀਜ਼ ਆ, ਈਰਾਨ ਵਾਲੇ ਪਾਸਿਓਂ, ਤੁਰਕੀ ਵਾਲੇ ਪਾਸਿਓਂ ਬਹੁਤ ਸਾਰੇ ਲੋਕ ਇੱਥੋਂ ਜੰਗ ਦੀ ਸਥਿਤੀ ਸੀ, ਜਰਮਨ ਦੇ ਵਿੱਚ ਯੂਰਪ ਦੇ ਵਿੱਚ ਐਂਟਰ ਹੁੰਦੇ ਸੀ ਤੇ ਸਾਰੇ ਯੂਰਪ ਨੇ ਲਗਭਗ ਬੈਨ ਕਰਤਾ ਸੀਗਾ, ਬਾਹਰਲੇ ਲੋਕਾਂ ਨੂੰ ਆਉਣ ਲਈ ਮਨਾ ਕਰਤਾ ਸੀਗਾ। ਅਸੀਂ ਵੀ ਦੇਖਿਆ ਕਿ ਬੀਤੇ ਸਮੇਂ ਰੋਹਿੰਗਿਆ ਵਾਲੇ ਲੋਕ ਜਦੋਂ ਇੰਡੀਆ 'ਚ ਆਉਂਦੇ ਸੀ ਜਾਂ ਅਸੀਂ ਬੰਗਲਾਦੇਸ਼ ਤੋਂ ਇੰਡੀਆ ਦੇ ਵਿੱਚ ਲੋਕਾਂ ਦੀ ਆਉਣ ਦੀ ਗੱਲ ਕਰਦੇ ਹਾਂ ਤੇ ਮਨੁੱਖੀ ਅਧਿਕਾਰ, ਹਾਲਾਂਕਿ ਮਨੁੱਖੀ ਅਧਿਕਾਰਾਂ ਵਾਲੇ ਸੰਗਠਨ ਚਾਹੁੰਦੇ ਨੇ ਕਿ ਲੋਕਾਂ ਨੂੰ ਆਉਣ ਦਿੱਤਾ ਜਾਵੇ ਪਰ ਸਰਕਾਰਾਂ ਦੀਆਂ ਆਪਣੀਆਂ ਮਜਬੂਰੀਆਂ ਨੇ। ਪਰ 2015 ਦੇ ਵਿੱਚ ਐਂਜਲਾ ਮਾਰਕਲ ਨੇ ਆਪਣੇ ਸਾਰੇ ਹੀ ਦੇਸ਼ ਦੇ ਵਿੱਚ ਲੋਕਾਂ ਦੇ ਵਿਰੋਧ ਦੇ ਬਾਵਜੂਦ ਤੇ ਆਪਣੀ ਪਾਰਟੀ ਦੇ ਅੰਦਰੂਨੀ ਵਿਰੋਧ ਦੇ ਬਾਵਜੂਦ ਵੀ ਜਰਮਨ ਦੇ ਜਿਹੜੇ ਬਾਰਡਰ ਸੀ ਉਹਨਾਂ ਲੋਕਾਂ ਲਈ ਬੰਦ ਨਹੀਂ ਕੀਤੇ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਕੁਝ ਲੋਕ ਸਾਡੇ ਵੱਲ ਦੇਖ ਰਹੇ ਨੇ ਤੇ ਅਸੀਂ ਉਹਨਾਂ ਦੇ ਉਸ ਵਿਕਲਪ ਨੂੰ ਬੰਦ ਨਹੀਂ ਕਰ ਸਕਦੇ, ਲੈਟ them come। ਸੋ ਵੱਡੀ ਉਹਨਾਂ ਦੀ ਜਿਹੜੀ ਵਿਰੋਧਤਾ ਦੇਸ਼ 'ਚ ਹੋਈ ਸੀ ਉਹਦੀ ਵਜ੍ਹਾ ਨਾਲ ਹੀ ਇਹ ਵੀ ਕਿਹਾ ਜਾਂਦਾ ਕਿ 2018 ਦੇ ਵਿੱਚ ਉੱਥੇ ਜਿਹੜੀ ਉਹਨਾਂ ਦੀ ਲੋਕਲ ਬੋਡੀ ਦੀਆਂ ਇਲੈਕਸ਼ਨ ਹੋਈਆਂ ਉਹਦੇ 'ਚ ਉਹਨਾਂ ਦੀ ਪਾਰਟੀ ਨੂੰ ਸਮਰਥਨ ਨਹੀਂ ਮਿਲਿਆ ਪਰ ਫਿਰ ਵੀ ਉਹਨਾਂ ਨੇ ਬਹੁਤ ਲੰਬਾ ਸਮਾਂ ਉੱਥੇ ਜਿਹੜਾ ਰਾਜ ਉਹ ਕੀਤਾ ਤੇ 2-3 ਜ਼ਿਕਰ ਮੈਂ ਕੀਤੇ 2014 ਦਾ ਰੂਸ ਯੂਕਰੇਨ ਤੇ 2015 ਵਾਲੀ ਘਟਨਾ, ਉਸ ਤੋਂ ਬਾਅਦ ਦਾ ਕੋਵਿਡ ਵਾਲੇ ਦੌਰ ਦੇ ਵਿੱਚ ਵੀ ਜਰਮਨ ਨੇ ਬਹੁਤ ਮਾਰਕੇ ਦਾ ਕੰਮ ਕਰਕੇ ਦਿਖਾਇਆ। ਜੀ ਸ਼ਰਮਾ ਜੀ, ਤੁਹਾਡੀ ਗੱਲ ਤੋਂ ਮੈਨੂੰ ਯਾਦ ਆਇਆ ਕਿ ਉਹਨਾਂ ਨੇ ਜੇ ਕਹਿਤਾ ਕਿ ਮੈਂ ਹੁਣ ਅੱਗੋਂ ਚੋਣਾਂ ਨਹੀਂ ਲੜਨੀਆਂ ਤਾਂ ਮਤਲਬ ਉਹਨਾਂ ਨੇ ਨਹੀਂ ਲੜਨੀਆਂ। ਪਰ ਸਾਡੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਸੀਗੇ ਉਹ ਵੀ ਕਹਿੰਦੇ ਸੀ ਕਿ ਮੈਂ ਨਹੀਂ ਲੜਨੀਆਂ, ਫਿਰ ਬਾਅਦ ਵਿੱਚ ਕਹਿੰਦੇ ਨਹੀਂ ਮੈਂ ਲੜਨੀ ਆ, ਹਾਲੇ ਮੇਰੀ ਲੋੜ ਹੈ ਤੇ ਵਾਪਸ ਤੋਂ ਫਿਰ ਉਹ ਰਾਜਨੀਤੀ ਵਿੱਚ ਆ ਗਏ ਸੀ। ਤੇ ਜੇ ਆਪਾਂ ਗੱਲ ਕਰ ਰਹੇ ਸੀ ਜਰਮਨ ਦੀ, ਤੇ ਜਰਮਨ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੈ ਉਹਨਾਂ ਦਾ ਪ੍ਰੋਸੈਸ ਬੜਾ ਡਿਫਰੈਂਟ ਜਿਹਾ, ਸਭ ਤੋਂ ਅਲੱਗ ਜਿਹਾ। ਬਿਲਕੁਲ। ਦੋ ਹੀ ਸਦਨ ਨੇ ਉੱਥੇ ਵੀ, ਬੰਡਸਟੈਗ ਤੇ ਬੰਡਸਹਾਰਟ ਉਹਨਾਂ ਦੀ ਜਰਮਨ ਦੀ ਭਾਸ਼ਾ 'ਚ, ਡੁੱਚ 'ਚ ਉਹਨਾਂ ਨੂੰ ਕਹਿੰਦੇ ਆ ਉੱਪਰਲਾ ਸਦਨ ਤੇ ਹੇਠਲਾ ਸਦਨ। ਹੇਠਲੇ ਸਦਨ ਲਈ ਜਾਂ ਜਿਹਨੂੰ ਕਾਮਨ ਸਾਡੇ ਲੋਕ ਸਭਾ ਕਹਿੰਦੇ ਉਹਦੇ ਲਈ ਵੋਟਾਂ ਹੁੰਦੀਆਂ ਨੇ 4 ਸਾਲ ਬਾਅਦ। ਉੱਥੇ ਜਿਹੜੇ ਨੰਬਰ ਆਫ ਪਰਸਨਸ ਨੇ, ਜਿੱਦਾਂ ਸੀਟਾਂ ਨੇ ਜਿਹੜੀਆਂ, ਉਹਨਾਂ ਦੇ ਵਿੱਚ ਹਰ ਸਾਲ ਚੇਂਜਸ ਹੁੰਦੀ ਰਹਿੰਦੀ ਹੈ। ਇਸ ਵਾਰ ਜਿਹੜੀਆਂ ਵੋਟਾਂ ਨੇ ਉਹ 735 ਸੀਟਾਂ ਦੇ ਉੱਤੇ ਹੋਈਆਂ। ਪਿਛਲੀ ਵਾਰ ਉਹ 115 ਦੇ ਨੇੜੇ ਤੇੜੇ ਘੱਟ ਸੀ।
ਕਈ ਵਾਰ ਵੱਧ ਜਾਂਦੀਆਂ ਨੇ, ਕਈ ਵਾਰ ਘੱਟ ਵੀ ਜਾਂਦੀਆਂ ਨੇ ਉਹ ਸੀਟਾਂ, ਡਿਪੈਂਡ ਕਰਦਾ ਉੱਥੇ ਦੀ ਜਿਹੜੀ ਸਿਸਟਮ ਦੇ ਅਧੀਨ। ਰਾਸ਼ਟਰਪਤੀ ਜਿੱਦਾਂ ਤੁਹਾਨੂੰ ਦੱਸਿਆ ਕਿ ਉੱਥੇ ਵੀ ਹੁੰਦਾ। ਵੋਟਿੰਗ ਲਈ ਉੱਥੇ ਇੱਕ ਖਾਸ ਤਰ੍ਹਾਂ ਦਾ ਪ੍ਰੋਸੀਜਰ ਫੋਲੋ ਕੀਤਾ ਜਾਂਦਾ। ਹਰ ਇੱਕ 18 ਸਾਲ ਤੋਂ ਵੱਧ ਉਮਰ ਦਾ ਬੰਦਾ, 18 ਸਾਲ ਜਾਂ ਉਸ ਤੋਂ ਵੱਧ ਉਮਰ ਦਾ ਜਿਹੜਾ ਬੰਦਾ ਆ, ਨਾਗਰਿਕ ਆ, ਉਹ ਵੋਟ ਦੇ ਸਕਦਾ। ਸੇਮ ਲਾਈਕ ਇੰਡੀਆ, ਐਲੀਜੀਬਿਲਿਟੀ ਜਿਹੜੀ ਉਹ 18 ਇਅਰਸ ਦੀ ਹੈ। ਪਰ ਉੱਥੇ ਹਰ ਬੰਦੇ ਨੂੰ 2 ਵੋਟਾਂ ਪਾਉਣ ਨੂੰ ਮਿਲਦੀਆਂ ਜੀ। ਇੱਕ ਵੋਟ ਤਾਂ ਉਹਨੇ ਆਪਣੇ ਹਲਕੇ ਦੇ ਕੈਂਡੀਡੇਟ ਨੂੰ ਪਾਉਣੀ ਹੁੰਦੀ ਹੈ ਤੇ ਦੂਸਰੀ ਵੋਟ ਉਹਨੇ ਜਰਮਨੀ ਦੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਪਾਉਣੀ ਹੁੰਦੀ ਹੈ ਜੀ। ਸੋ 2 ਵੋਟਾਂ ਨੇ। ਇੱਕ ਵੋਟਾਂ ਦੀ ਗਿਣਤੀ ਨਾਲ ਕੈਂਡੀਡੇਟ ਜਿੱਤਦਾ ਆ, ਦੂਸਰੀ ਵੋਟ ਜਿਹੜੀ ਪਾਰਟੀ ਨੂੰ ਪਾਈ ਆ ਉਹ ਫਿਰ ਵੋਟਾਂ ਸਾਰੇ ਦੇਸ਼ ਦੇ ਲੈਵਲ ਦੇ ਉੱਤੇ ਕੈਲਕੂਲੇਟ ਕੀਤੀਆਂ ਜਾਂਦੀਆਂ ਕਿ ਕਿਸ ਪਾਰਟੀ ਨੂੰ ਕਿੰਨੀਆਂ ਵੋਟਾਂ ਮਿਲੀਆਂ ਜੀ। ਅਗਲੀ ਸ਼ਰਤ ਇਹ ਆ ਕਿ ਜਿਸ ਵੀ ਪਾਰਟੀ ਨੂੰ 5% ਤੋਂ ਵੋਟਾਂ ਘੱਟ ਮਿਲਦੀਆਂ ਉਹ ਪਾਰਟੀ ਡਿਸਕੁਆਲੀਫਾਈ ਹੋ ਜਾਂਦੀ ਆ, ਨਾ ਤੇ ਉਹ ਪਾਰਟੀ ਸੰਸਦ 'ਚ ਜਾਂਦੀ ਆ, ਨਾ ਉਹਦਾ ਜਿੱਤਿਆ ਹੋਇਆ ਕੋਈ ਕੈਂਡੀਡੇਟ। ਉਸ ਤੋਂ ਬਾਅਦ ਫਿਰ ਦੂਜੇ ਨੰਬਰ ਤੇ ਆਉਣ ਵਾਲੇ ਕੈਂਡੀਡੇਟ ਜਿਹੜੇ ਚੁਣ ਲਏ ਜਾਂਦੇ ਆ ਤੇ ਉਸ ਫਿਰ ਕਿਹੜੀ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਮਿਲਦੀਆਂ ਨੇ ਉਸ ਪਾਰਟੀ ਨੂੰ ਸਰਕਾਰ ਬਣਾਉਣ ਦਾ ਅਧਿਕਾਰ ਮਿਲਦਾ ਜੀ। ਤੇ ਇੱਕ ਹੋਰ ਮਜ਼ੇ ਦੀ ਗੱਲ ਆ ਕਿ ਜਿੱਦਾਂ 26 ਨੂੰ ਚੋਣਾਂ ਹੋਈਆਂ, ਵੋਟਾਂ ਪਈਆਂ, 26 ਨੂੰ ਜਾਂ 27 ਤੱਕ ਰਿਜ਼ਲਟ ਆ ਗਏ ਜੀ, ਸਰਕਾਰ ਅਗਲੇ 2-4 ਦਿਨਾਂ ਦੇ ਵਿੱਚ ਨਹੀਂ ਬਣਦੀ ਜੀ। ਸਰਕਾਰ ਬਣਾਉਣ ਲਈ ਫਿਰ ਕਾਫੀ ਟਾਈਮ ਲੱਗਦਾ। 2013 'ਚ ਜਦੋਂ ਸਰਕਾਰ ਬਣੀ ਉਦੋਂ ਉਸ ਸਰਕਾਰ ਨੂੰ ਬਣਨ ਲਈ 3 ਮਹੀਨੇ ਲੱਗੇ ਜੀ। ਤੇ ਜਦੋਂ 13 ਤੋਂ ਬਾਅਦ 17 ਦੇ ਵਿੱਚ ਉਹ ਸਰਕਾਰ ਬਣੀ ਤੇ ਉਸੇ ਸਰਕਾਰ ਨੂੰ ਬਣਾਉਣ ਲਈ 6 ਮਹੀਨੇ ਦਾ ਪ੍ਰੋਸੈਸ ਲਿਆ ਗਿਆ। ਇੰਨਾ ਲੰਬਾ ਪ੍ਰੋਸੈਸ ਕਿਉਂ? ਹਾਂ, ਉਹ ਫਿਰ ਅਗਲੀ ਮਜ਼ੇਦਾਰ ਗੱਲ ਆ ਕਿ 4-5 ਪਾਰਟੀਆਂ ਨੇ, ਉਹਨਾਂ ਨੂੰ ਕਿਸੇ ਨੂੰ ਕੁਝ ਵੋਟਾਂ ਮਿਲੀਆਂ, ਜਿਨ੍ਹਾਂ ਨੂੰ ਤਾਂ 5% ਤੋਂ ਘੱਟ ਮਿਲੀਆਂ ਉਹ ਤਾਂ ਬਾਹਰ ਹੋ ਗਈਆਂ ਜੀ। ਉਸ ਤੋਂ ਬਾਅਦ ਹੁਣ ਜਿਹੜੀਆਂ ਪਾਰਟੀਆਂ ਬਚੀਆਂ, ਜਿੱਦਾਂ ਇੱਕ ਪਾਰਟੀ ਨੂੰ 26 ਪੁਆਇੰਟ ਕੁਝ ਵੋਟਾਂ ਮਿਲੀਆਂ ਨੇ, ਦੂਜੀ ਨੂੰ 25 ਪੁਆਇੰਟ ਕੁਝ ਨੇ, ਇੱਕ ਹੋਰ ਪਾਰਟੀ ਆ ਉਹਨੂੰ 14% ਵੋਟਾਂ ਮਿਲੀਆਂ ਨੇ, ਇੱਕ ਹੋਰ ਪਾਰਟੀ ਆ ਜਿਹਨੂੰ 10 ਤੋਂ ਕੁਝ ਉੱਪਰ ਵੋਟਾਂ ਮਿਲੀਆਂ ਨੇ। ਫਿਰ ਇੱਕ ਸਮਾਂ ਦਿੱਤਾ ਜਾਂਦਾ ਇਹਨਾਂ ਲੋਕਾਂ ਨੂੰ ਕਿ ਤੁਸੀਂ ਆਪਣੇ ਨਾਲ ਦੂਜੀ ਕਿਸੇ ਪਾਰਟੀ ਦੀ ਜਿਹੜੀ ਸਾਂਝ ਆ ਉਹ ਬਣਾਓ, ਗੱਠਜੋੜ ਕਰੋ, ਵਿਚਾਰਾਂ ਦੇ ਤੌਰ ਤੇ, ਸਿਸਟਮ ਦੇ ਤੌਰ ਤੇ ਤੁਹਾਡੀਆਂ ਜਿਹੜੀਆਂ ਆਪਸ ਦੇ ਵਿੱਚ ਕੋਈ ਸਾਂਝੀਆਂ ਨੀਤੀਆਂ ਨੇ, ਕਾਮਨ ਮਿਨੀਮਮ ਪ੍ਰੋਗਰਾਮ ਜਿੱਦਾਂ ਅਸੀਂ ਹਿੰਦੁਸਤਾਨ 'ਚ ਬੜਾ ਸੁਣਦੇ ਆ, ਉਹਦੇ ਆਧਾਰ ਤੇ ਫਿਰ ਉਹਨਾਂ ਨੂੰ ਗੱਠਜੋੜ ਜਿਹੜਾ ਆ ਉਹ ਕਰਨਾ ਪੈਂਦਾ। ਤੇ ਤੁਹਾਨੂੰ ਹੈਰਾਨੀ ਹੋਊਗੀ ਕਿ ਜਿਨ੍ਹਾਂ ਨੇ ਹੁਣ ਦੂਸਰੀ ਪਾਰਟੀ ਦੇ ਵਿੱਚ ਜਿਹੜੇ ਇਹਨਾਂ ਦਾ ਨਾਮ ਲਿਆ ਸੀ ਆਪਾਂ, ਓਲਾਫ ਸੋਲਜ਼, ਜਿਹੜੇ ਹੁਣ ਚਾਂਸਲਰ ਦੀ ਦੌੜ 'ਚ ਨੇ, ਉਹ ਪਿਛਲੀ ਸਰਕਾਰ ਦੇ ਵਿੱਚ ਵਾਈਸ ਚਾਂਸਲਰ ਨੇ ਜੀ ਤੇ ਉਹਨਾਂ ਕੋਲ ਮਿਨਿਸਟਰੀ ਵੀ ਆ ਜੀ। ਤੇ ਉਹ ਕਿਉਂਕਿ ਉਹਨਾਂ ਦਾ ਫਿਰ ਗੱਠਜੋੜ ਰਿਹਾ ਹੋਵੇਗਾ। ਅਸਲ ਦੇ ਵਿੱਚ ਲੋਕਤੰਤਰ ਤੁਸੀਂ ਇਹਨੂੰ ਕਹਿ ਸਕਦੇ ਆ। ਅਸੀਂ ਅਮਰੀਕਾ ਦੇ ਵਿੱਚ ਦੇਖਿਆ ਸੀਗਾ ਕਿ ਹਿਲੇਰੀ ਕਲਿੰਟਨ ਹਾਲਾਂਕਿ ਆਪਣੀ ਸੀਟ ਹਾਰੇ ਸੀ ਪਰ ਦੂਸਰੀ ਸਰਕਾਰ ਦੇ ਵਿੱਚ ਉਹ ਵਿਦੇਸ਼ ਮੰਤਰੀ ਬਣੇ ਸੀ। ਸੋ ਚੰਗੇ ਲੋਕਾਂ ਨੂੰ ਲੈ ਕੇ ਚੁਣ ਕੇ ਨੀਤੀਆਂ ਦੇ ਆਧਾਰ ਦੇ ਉੱਤੇ ਉੱਥੇ ਇਲੈਕਸ਼ਨ ਹੁੰਦੀ ਆ। ਸਾਡੇ ਵਾਂਗ ਇਹ ਨਹੀਂ ਹੈਗਾ ਕਿ ਜੇ ਵਿਰੋਧ ਆ ਤੇ ਵਿਰੋਧ ਹੀ ਹੈਗਾ ਜੀ। ਬਿਲਕੁਲ। ਹੁਣ ਉੱਥੋਂ ਦੇ ਮਾਹਰ ਇਹ ਗੱਲ ਕਹਿ ਰਹੇ ਨੇ ਕਿ ਜਰਮਨ ਦੇ ਵਿੱਚ ਜਿਹੜੀ ਸਰਕਾਰ ਆ ਉਹ ਦਸੰਬਰ ਤੱਕ ਬਣੇਗੀ, ਯਾਨੀ ਕਿ 2-3 ਮਹੀਨੇ ਉਹਨਾਂ ਨੂੰ ਲੱਗਣਗੇ ਆਪਣੇ ਭਾਈਵਾਲਾਂ ਨੂੰ ਇਕੱਠੇ ਕਰਨ ਲਈ ਤੇ ਫਿਰ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਠੀਕ ਕਰਕੇ ਤੇ ਸਰਕਾਰ ਬਣਾਉਣ ਲਈ ਤੇ ਸਹੁੰ ਚੁੱਕਣ ਲਈ। ਤੇ ਫੋਰ ਦੈਟ ਟਾਈਮ ਐਂਜਲਾ ਮਾਰਕਲ ਜਿਹੜੇ ਆ ਉਹ ਸਰਕਾਰ ਚਲਾਉਂਦੇ ਰਹਿਣਗੇ ਤੇ ਜਿਹੜੀਆਂ ਉੱਥੇ ਕੰਮ ਕਾਰ ਆ ਉੱਦਾਂ ਹੀ ਚੱਲਦਾ ਰਹੇਗਾ। ਤੇ ਨਾਲ ਦੀ ਨਾਲ ਇਹ ਵੀ ਗੱਲ ਆ ਕਿ ਜਰਮਨ ਦੀ ਰਾਜਨੀਤੀ ਦੇ ਵਿੱਚ ਤੇ ਸਾਰੀ ਦੁਨੀਆ ਦੇ ਵਿੱਚ ਇੱਕ ਵੱਡੀ ਔਰਤ ਦੇ ਰੂਪ ਦੇ ਵਿੱਚ ਉਹਨਾਂ ਨੇ ਪਛਾਣ ਛੱਡੀ ਆ ਜੀ। ਜਿਨ੍ਹਾਂ ਦਾ ਅਸੀਂ ਐਂਜਲਾ ਮਾਰਕਲ, ਜਿਨ੍ਹਾਂ ਦੀ ਜ਼ਿਕਰ ਅਸੀਂ ਕੀਤਾ, 16 ਸਾਲ ਲਗਾਤਾਰ ਜਰਮਨ ਦੇ ਚਾਂਸਲਰ ਰਹੇ ਤੇ ਜਰਮਨ ਦੇ ਵਿੱਚ ਤੇ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਵੱਡੇ ਮਸਲੇ ਉਹਨਾਂ ਨੇ ਹੱਲ ਕਰਵਾਏ ਨੇ ਜੀ। ਸ਼ਰਮਾ ਜੀ, ਦੇਸ਼ ਭਾਵੇਂ ਕੋਈ ਵੀ ਹੋਵੇ, ਅਸੀਂ ਗੱਲ ਕਰੀਏ ਕਿ ਭਾਵੇਂ ਇੱਥੇ ਹੋਏ, ਸਾਡਾ ਭਾਰਤ ਹੋਏ ਜਾਂ ਬਾਹਰ ਕੋਈ ਵੀ ਦੇਸ਼ ਹੋਵੇ, ਸਰਕਾਰ ਤੋਂ ਲੋਕ ਉਮੀਦਾਂ ਕਰਦੇ ਹੀ ਨੇ ਕਿ ਵੀ ਜੇ ਅਸੀਂ ਸਰਕਾਰ ਚੁਣੀ ਹੈ ਤਾਂ ਉਹ ਲੋਕਾਂ ਦੇ ਭਲੇ ਲਈ ਕੰਮ ਕਰੇ। ਸੋ ਸਾਡੀ ਦੇਸ਼ ਦੀ ਸਰਕਾਰ ਹੁਣ ਜਿਹੜੀ ਪੰਜਾਬ ਦੀ ਜਿਹੜੀ ਸਾਡੀ ਆਈ ਹੈ, ਇਹ ਹੁਣ ਲੋਕਾਂ ਦੇ ਭਲੇ ਲਈ ਕੀ ਕੰਮ ਕਰੇਗੀ, ਇਹ ਆਉਣ ਵਾਲਾ ਸਮਾਂ ਦੱਸੇਗਾ। ਤੁਸੀਂ ਸਾਡੇ ਸਟੂਡੀਓ 'ਚ ਆਏ, ਦਰਸ਼ਕਾਂ ਨਾਲ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ। ਨਵੇਂ ਵਿਚਾਰ, ਨਵੇਂ ਮੁੱਦਿਆਂ ਤੇ ਨਵੀਂ ਚਰਚਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਸਤਿ ਸ਼੍ਰੀ ਅਕਾਲ।